ਪੰਜਾਬ ਟੈਲੀਵਿਜ਼ਨ ਤੇ ਤੁਹਾਡਾ ਸਵਾਗਤ ਹੈ। ਕਾਫੀ ਦਿਨਾਂ ਤੋਂ ਲਗਾਤਾਰ ਚਰਚਾਵਾਂ ਦੇ ਦੌਰਾਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਐਗਜ਼ੈਕਟਿਵ ਦੀ, ਤੇ ਉਹਨੇ ਜਥੇਦਾਰਾਂ ਦੇ ਜਿਹੜੇ ਅਹੁਦਿਆਂ ਦੇ ਵਿੱਚ ਫੇਰਬਦਲ ਕਰ ਦਿੱਤਾ ਹੈ। ਲਗਭਗ ਪੌਣੇ 5 ਸਾਲ ਕਾਰਜਕਾਰੀ ਜਥੇਦਾਰ ਰੱਖਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਨੂੰ ਹੁਣ ਤਖਤ ਦਮਦਮਾ ਸਾਹਿਬ ਦੇ ਜਥੇਦਾਰ ਰਹਿਣਗੇ ਉਹ, ਤੇ ਅਕਾਲ ਤਖਤ ਤੋਂ ਉਹਨਾਂ ਤੋਂ ਵਾਪਸ ਲੈ ਲਿਆ ਗਿਆ ਚਾਰਜ। ਔਰ ਨਵੇਂ ਜਥੇਦਾਰ ਜਿਹੜੇ ਕੋਲ ਤਖਤ ਕੇਸਗੜ੍ਹ ਸਾਹਿਬ ਦਾ ਚਾਰਜ ਸੀ ਗਿਆਨੀ ਮਨ ਸਿੰਘ ਦੀ ਮੌਤ ਹੋ ਜਾਣ ਤੋਂ ਬਾਅਦ, ਉਹ ਵੀ ਕਾਰਜਕਾਰੀ ਜਥੇਦਾਰ ਸੀ ਇਹ ਕੇਸਗੜ੍ਹ ਸਾਹਿਬ ਦੇ, ਤੇ ਉਹਨਾਂ ਤੋਂ ਕਾਰਜਕਾਰੀ ਦਾ ਮਤਲਬ ਚਾਰਜ ਵਾਪਸ ਲੈ ਕੇ ਉਹਨਾਂ ਨੂੰ ਜਥੇਦਾਰ ਅਕਾਲ ਤਖਤ ਲਾ ਦਿੱਤਾ ਗਿਆ ਗਿਆਨੀ ਰਘਵੀਰ ਸਿੰਘ ਉਹਨਾਂ ਨੂੰ, ਜਿਹੜੇ ਨੂੰ ਨਾਲ ਦੀ ਨਾਲ ਹੀ ਵਧੀਕ ਚਾਰਜ ਦਿੱਤਾ ਗਿਆ, ਐਡੀਸ਼ਨਲ ਚਾਰਜ ਦਿੱਤਾ ਗਿਆ ਹੈੱਡ ਗ੍ਰੰਥੀ ਦਰਬਾਰ ਸਾਹਿਬ ਦਾ, ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਦਾ ਚਾਰਜ ਦਿੱਤਾ ਗਿਆ ਗਿਆਨੀ ਸੁਲਤਾਨ ਸਿੰਘ ਨੂੰ, ਜਿਹੜੇ ਗ੍ਰੰਥੀ ਵੀ ਨੇ ਦਰਬਾਰ ਸਾਹਿਬ ਦੇ। ਕਹਿੰਦੇ ਗ੍ਰੰਥੀਆਂ ਦੀ ਕਮੀ ਹੋਣ ਕਾਰਨ ਉਹਨਾਂ ਨੂੰ ਵੀ ਐਡੀਸ਼ਨਲ ਚਾਰਜ ਗ੍ਰੰਥੀ ਦਾ ਵੀ ਦਿੱਤਾ ਗਿਆ ਉੱਥੇ ਗੁਰੂ ਦਰਬਾਰ ਸਾਹਿਬ ਦੇ ਵਿੱਚ। ਤੇ ਇਹ ਇੱਕ ਲਗਾਤਾਰ ਚੱਲ ਰਿਹਾ ਸੀ ਚਰਚਾਵਾਂ ਦਾ ਦੌਰ। ਕੱਲਾ ਇੰਨਾ ਨਹੀਂ, ਇਹਦੇ ਤੇ ਤਾਂ ਗੱਲ ਕਰਾਂਗੇ ਕਿ ਤਬਦੀਲੀਆਂ ਕੀ ਕਹਿੰਦੀਆਂ ਨੇ, ਇਹ ਕੀ ਸੰਕੇਤ ਦੇ ਰਹੀਆਂ ਨੇ, ਜਾਂ ਪਿਛਲੇ ਲੰਮੇ ਸਮੇਂ ਜਿਹੜੇ ਮਾਮਲੇ ਨੇ, ਨਾਲ ਕੁਝ ਇਹੋ ਜਿਹੇ ਕਿੰਨੇ ਮੁੱਦੇ ਹੋਰ ਨੇ ਜਿਹੜੇ ਪੰਥਕ ਮੁੱਦੇ ਲਗਾਤਾਰ ਖੜੇ ਨੇ, ਜਿਹੜੇ ਉਦੋਂ ਬਾਅਦ ਵੀ ਪੈਦਾ ਹੋਏ। ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਲੈ ਕੇ ਬਰਗਾੜੀ ਤੋਂ ਹੁੰਦੇ ਹੋਏ ਵੱਖ-ਵੱਖ ਟਾਈਪ ਦੇ ਜਿੰਨੇ ਮੁੱਦੇ ਨੇ, ਔਰ ਜਿੰਨੇ ਡੇਰਾ ਸੱਚਾ ਸੌਦਾ ਦੇ ਮੁਖੀ ਦੇ ਨਾਲ ਲਗਾਤਾਰ ਜਿਹੜੇ ਕੁਝ ਇਹੋ ਜਿਹੇ ਵਰਤੇ ਕਿ ਜਥੇਦਾਰਾਂ ਨੂੰ ਬੁਲਾ ਕੇ ਮਾਫੀ ਦੇ ਸਵਾਲ, ਬਾਕੀ ਦੇ ਸਵਾਲ, ਫਿਰ ਸਾਰੇ ਕੰਟਰੋਵਰਸੀ ਜਿਹੜੀ ਲਗਾਤਾਰ ਰਹੀ। ਔਰ ਇਸੇ ਦੇ ਦੌਰਾਨ ਲਗਾਤਾਰ ਜਿਹੜੀ ਇੱਕ ਉਮੀਦ ਕੀਤੀ ਜਾਂਦੀ ਹੈ ਜਥੇਦਾਰ ਅਕਾਲ ਤਖਤ ਚੋਂ ਜਾਂ ਤਖਤਾਂ ਦੇ ਜਥੇਦਾਰਾਂ ਤੋਂ ਕਿ ਉਹ ਕੋਈ ਰੋਲ ਨਿਭਾਉਣਗੇ ਕੰਟਰੋਵਰਸੀਆਂ ਨੂੰ ਸਮਾਪਤ ਕਰਨ ਦੇ ਵਿੱਚ, ਚਾਹੇ ਉਹ ਕੈਲੰਡਰ ਦਾ ਕੁਐਸਚਨ ਹੋਵੇ, ਚਾਹੇ ਬਾਕੀ ਦੇ ਸਵਾਲ ਹੋਣ, ਉਹਨਾਂ ਤੇ ਵੀ ਐਫਰਟ ਕਰਨਗੇ, ਕੋਸ਼ਿਸ਼ ਕਰਨਗੇ ਕਿ ਕੋਈ ਚੀਜ਼ਾਂ ਇੰਪਰੂਵਮੈਂਟ ਮਤਲਬ ਠੀਕ ਪਾਸੇ ਵੱਲ ਜਾਣ। ਔਰ ਪਹਿਲੇ ਜਥੇਦਾਰਾਂ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਾਂ ਦੂਜਿਆਂ ਨੇ ਕਿੰਨਾ ਕੁ ਕੀਤਾ ਹੁਣ ਤੱਕ, ਤੇ ਅੱਗੇ ਕੋਈ ਸੰਭਾਵਨਾਵਾਂ ਕੀ ਨੇ, ਜਾਂ ਕੇਵਲ ਇਹ ਸਿਆਸਤ ਦੀ ਹੀ ਗਿਣਤੀ ਮਿਣਤੀ ਹੁੰਦੀ ਹੈ ਕੇਵਲ ਕਿ ਉਹਦੇ ਦਾਇਰੇ ਚੋਂ ਹੀ ਆਪਾਂ ਚੁਣ ਲੈਂਦੇ ਹਾਂ, ਜਾਂ ਵੱਖ-ਵੱਖ ਹੋ ਸਕਦਾ, ਜਿਹੜੇ ਅੰਦਾਜ਼ੇ ਹੋ ਸਕਦੇ ਨੇ। ਔਰ ਇਹਦੇ ਨਾਲ ਇੱਕਾ ਦੁੱਕਾ ਵਾਰੀ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਿਹਾ ਵੀ ਹੈ 2-3 ਸਪੀਚਾਂ 'ਚ ਇਹੋ ਜਿਹੀਆਂ ਗੱਲਾਂ ਕਿ ਅਕਾਲੀ ਦਲ ਦਾ ਵਜੂਦ ਪਹਿਲਾਂ ਨਹੀਂ ਰਿਹਾ, ਇਹ ਕਿਰਤੀਆਂ ਦੀ ਪਾਰਟੀ ਨਹੀਂ ਰਹੀ, ਇਹ ਹੁਣ ਗਰਾਊਂਡ ਤੇ ਜਾਣ ਵਾਲੀ ਨਹੀਂ ਰਹੀ, ਧਨਾਡਾ ਦੀ ਹੋ ਗਈ ਹੈ, ਪੈਸੇ ਵਾਲਿਆਂ ਦੀ ਹੋ ਗਈ ਹੈ, ਇਹੋ ਜਿਹਾ ਕੁਝ ਕਈ ਵਾਰ ਕਿਹਾ ਹੋਇਆ। ਜਾਂ ਸ਼੍ਰੋਮਣੀ ਕਮੇਟੀ ਤੇ ਜਥੇਦਾਰਾਂ ਦਾ ਵਕਾਰ ਜਾਂ ਅਕਾਲੀ ਦਲ ਦਾ ਵਕਾਰ ਹੋ ਨਹੀਂ ਰਿਹਾ, ਕੋਈ ਹੁਣ ਸਾਨੂੰ ਮੀਟਿੰਗ ਦੇਰ ਤੱਕ ਲਈ ਤਿਆਰ ਨਹੀਂ ਹੈ, ਇਹੋ ਜਿਹੀਆਂ ਗੱਲਾਂ ਲਗਾਤਾਰ ਹੁੰਦੀਆਂ ਰਹੀਆਂ ਨੇ। ਉਹ ਸਾਰੇ ਇੱਕ ਲੱਗਦਾ ਸੀ ਕਿ 4 ਸਪੇਰੇ ਪੰਥ ਦੇ ਵਿੱਚ ਇੱਕ ਡਿਮੋਰਲਾਈਜੇਸ਼ਨ ਲੀਡਰਸ਼ਿਪ ਦਾ ਕ੍ਰਾਈਸਿਸ ਵੱਖ-ਵੱਖ ਮਾਮਲਿਆਂ 'ਚ, ਸਿਆਸੀ, ਧਾਰਮਿਕ, ਸਮਾਜਿਕ ਮਾਮਲਿਆਂ 'ਚ ਹੈ। ਇਹਨਾਂ ਸਾਰੀਆਂ ਗੱਲਾਂ ਤੇ ਗੱਲ ਕਰਾਂਗੇ। ਤੇ ਸਾਡੇ ਨਾਲ ਨੇ ਸਰਦਾਰ ਜਗਤਾਰ ਸਿੰਘ ਜੀ, ਜਿਹੜੇ ਸੀਨੀਅਰ ਪੱਤਰਕਾਰ ਨੇ, ਤੇ ਇਹ ਕਿਤਾਬਾਂ ਵੀ ਇਹਨਾਂ ਨੇ ਲਿਖੀਆਂ ਸਿੱਖ ਨਾਲ ਸੰਬੰਧਿਤ, ਸਿੱਖ ਇਵੈਂਟਸ ਦੇ ਨਾਲ ਸੰਬੰਧਿਤ। ਦੂਸਰੇ ਮਹਿਮਾਨ ਸਾਡੇ ਨਾਲ ਦੇ ਸਰਦਾਰ ਗੁਰਤੇਜ ਸਿੰਘ ਜੀ, ਸਾਬਕਾ IAS, ਜਿਹੜੇ ਸਿੱਖ ਵਿਦਵਾਨ ਦੇ ਤੌਰ ਤੇ ਇਹਨਾਂ ਨੇ ਕਾਫੀ ਸਟੈਂਡ ਲਏ, ਬੜੇ ਲੰਬੇ ਸਮੇਂ ਤੋਂ ਉਹਨਾਂ ਦਾ ਇੱਕ ਆਪਣਾ ਨਜ਼ਰੀਆ ਹੈ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ। ਬਹੁਤ-ਬਹੁਤ ਸ਼ੁਕਰੀਆ ਜੀ। ਥੈਂਕ ਯੂ। ਸਾਰਿਆਂ ਨੂੰ ਜੀ ਆਇਆਂ ਕਹਿੰਦੇ ਹੋਏ, ਤੇ ਨਾਲ ਮੈਂ ਸਭ ਤੋਂ ਪਹਿਲਾਂ ਸਰਦਾਰ ਜਗਤਾਰ ਸਿੰਘ ਜੀ, ਅੱਜ ਵਾਲੀਆਂ ਤਬਦੀਲੀਆਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਆਪਾਂ ਹਾਲਾਂਕਿ ਕੱਲ ਵੀ ਰਾਤ ਵੀ ਗੱਲ ਕੀਤੀ ਸੀ ਇਹ ਕਿ ਤਬਦੀਲੀ ਹੋਣ ਜਾ ਰਹੀ ਹੈ, ਸ਼ਾਇਦ ਐਮਰਜੈਂਸੀ ਇਹੀ ਚੀਜ਼ਾਂ ਹੈ ਨੇ। ਔਰ ਇੱਕ ਗੱਲ ਕਿਤੇ ਇਹ ਵੀ ਘੜਸੋ ਸਵੇਰੇ ਚੱਲਣ ਲੱਗ ਗਈ ਸੀ ਕਿ ਸ਼ਾਇਦ ਬਲਵੰਤ ਸਿੰਘ ਰਾਜੋਵਾਲਾ ਨੂੰ ਭਾਈ ਰਣਜੀਤ ਸਿੰਘ ਵਾਂਗ ਬਣਾ ਦੇਣ ਤੇ ਦੂਜਾ ਕੋਈ ਵੱਡਾ ਪੱਤਾ ਖੇਡ ਦੇਣ ਪੋਲੀਟੀਕਲੀ, ਅਕਾਲੀ ਦਲ ਦੀ ਮੇਨ ਸਟ੍ਰੀਮ ਜਿਹੜੀ ਹੈ ਉਹ ਫਿਰ ਇੱਕ ਜਿਹੜੀ ਬਾਕੀ ਦੇ ਸੈਂਟੀਮੈਂਟ ਨੇ, ਬਾਕੀ ਪੰਥਕ ਸੈਂਟੀਮੈਂਟ ਨੇ, ਉਹਨਾਂ ਨੂੰ ਕਿਸੇ ਨਾ ਕਿਸੇ ਨਾਲ ਜੋੜ ਕੇ ਕਿਹਾ ਜਾਂਦਾ ਕਿ ਕਿਤੇ ਨਾ ਕਿਤੇ ਚਰਚਾ ਹੋਈ ਸੀ, ਪਰ ਗਿਆਨੀ ਰਘਵੀਰ ਸਿੰਘ ਦੇ ਉੱਤੇ ਹੀ ਆ ਕੇ ਗੋਣਾ ਪਿਆ ਤੇ ਉਹਨਾਂ ਨੂੰ ਬਣਾ ਦਿੱਤਾ ਗਿਆ। ਔਰ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਹੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੇ ਇਹ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨਾਲ ਉਹਨਾਂ ਦੀ ਗੱਲ ਹੋਈ ਹੈ, ਉਹਨਾਂ ਨੇ ਆਪ ਹੀ ਕਿਹਾ ਕਿ ਮੈਨੂੰ ਹੁਣ ਕਾਰਜਕਾਰੀ ਜਥੇਦਾਰ ਤੋਂ ਰੁਖਸਤ ਕਰ ਦਿਓ, ਤੁਸੀਂ ਕੋਈ ਆਪਣਾ ਪਰਮਾਨੈਂਟ ਜਥੇਦਾਰ ਲਾ ਦਿਓ। ਪਿਛਲੀ ਮੀਟਿੰਗ ਸੀ ਜਦੋਂ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਦੀ, ਉਸ ਤੋਂ ਪਹਿਲਾਂ ਵੀ ਖਾਸੀ ਚਰਚਾ ਦਾ ਵਿਸ਼ਾ ਰਿਹਾ ਸੀਗਾ ਕਿ ਇਸ ਮੀਟਿੰਗ ਦੇ ਵਿੱਚ ਜਥੇਦਾਰ ਜੀ ਬਦਲੇ ਜਾਣਗੇ। ਜਿਹੜੀ ਮੇਰੀ ਜਾਣਕਾਰੀ ਹੈ ਵੀ ਹੋਇਆ ਕਿ ਉਦੋਂ, ਤੇ ਉਸ ਦਿਨ ਚਰਚਾ ਇਹ ਵੀ ਸੀ ਕਿ ਸ਼ਾਇਦ ਗਿਆਨੀ ਹਰਪ੍ਰੀਤ ਸਿੰਘ ਜੀ ਰਿਜ਼ਾਈਨ ਕਰਨਗੇ। ਫਿਰ ਪਤਾ ਲੱਗਿਆ ਵੀ ਕਿਤੇ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਹੋਰਾਂ ਨਾਲ ਗੱਲ ਕੀਤੀ ਸਿੱਧੀ ਵੀ ਜੇ ਤੁਸੀਂ ਮੈਨੂੰ ਰੱਖਣ ਦੇ ਮੂਡ ਦੇ ਵਿੱਚ ਨਹੀਂ ਤੇ ਮੈਂ ਰਿਜ਼ਾਈਨ ਕਰ ਦਿੰਦਾ। ਤੇ ਇਹ ਪਤਾ ਲੱਗਿਆ ਕਿ ਉਹਨਾਂ ਨੇ ਇਹਨਾਂ ਨੂੰ ਇਹ ਅਸ਼ੋਰੈਂਸ ਦਿੱਤੀ ਸੀ
ਕਿ ਤੁਹਾਨੂੰ ਬਦਲਣਾ ਅਜੇ ਕੋਈ ਵਿਚਾਰ ਨਹੀਂ। ਔਰ ਸ਼ਾਇਦ ਇਹਨਾਂ ਦੇ ਐਸਜੀਪੀਸੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਹੋਰਾਂ ਨਾਲ ਵੀ ਉਸੇ ਦਿਨ ਇਸ ਤਰ੍ਹਾਂ ਦੀ ਹੀ ਕੋਈ ਗੱਲਬਾਤ ਹੋਈ ਸੀ, ਤੇ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਆਸੇ-ਪਾਸੇ ਕਨਵੇ ਕੀਤਾ ਸੀ ਕਿ ਬਈ ਹਜੇ ਕੋਈ ਬਦਲਾਅ ਦੀ ਸੰਭਾਵਨਾ ਨਹੀਂ ਹੈ ਤੇ ਮੈਨੂੰ ਅਸ਼ੋਰੈਂਸ ਮਿਲ ਗਈ ਹੈ। ਲੇਕਿਨ ਇਹ ਗੱਲ ਬੜੀ ਕਲੀਅਰ ਸੀ ਜਿਹੜੀਆਂ ਇਹਨਾਂ ਦੇ 2-3 ਪਹਿਲੀਆਂ ਸਟੇਟਮੈਂਟਸ ਤੇ ਰਾਦਰ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਜਦੋਂ ਖੁੱਲ੍ਹ ਕੇ ਇਹਨਾਂ ਦੇ ਖਿਲਾਫ ਕਿਹਾ ਸੀ ਕਿ ਇਹਨਾਂ ਨੂੰ ਬਦਲਣਾ ਚਾਹੀਦਾ ਹੈ, ਤੇ ਇਹਨਾਂ ਦੀ ਆਪਣੀ ਸਟੇਟਮੈਂਟ ਕਿ ਅਕਾਲੀ ਦਲ ਹੁਣ ਸਰਮਾਏਦਾਰਾਂ ਦੀ ਪਾਰਟੀ ਬਣ ਗਿਆ ਹੈ, ਕਿਸਾਨ ਤੇ ਮਜ਼ਦੂਰ ਦੀ ਪਾਰਟੀ ਨਹੀਂ ਹੈ। ਫਿਰ ਇਹਨਾਂ ਦਾ ਰਾਘਵ ਚੱਢਾ ਦੀ ਮੰਗਣੀ ਤੇ ਜਾਣਾ, ਇਹ ਸਾਰੀਆਂ ਇੱਕ ਇੰਡੀਕੇਸ਼ਨ ਸੀ। ਇਹ ਤਾਂ ਸਰਫੇਸ ਤੇ ਜਿਹੜੀ ਗੱਲ ਹੈ ਉਹ ਹੋਈ ਲੱਗਦੀ ਹੈ, ਲੇਕਿਨ ਜਿਹੜੀ ਮੈਨੂੰ ਥੋੜੀ ਜਿਹੀ ਅਸੈਸਮੈਂਟ ਹੋਰ ਤੇ ਉਹ ਅਬਜ਼ਰਵੇਸ਼ਨ ਬੇਸਡ ਹੈ, ਉਹ ਇਹ ਸੀ ਕਿ ਇਹਨਾਂ ਦੀ ਤਾਰ ਦਿੱਲੀ ਨਾਲ ਜੁੜੀ ਹੋਈ ਸੀ। ਜਦੋਂ ਅਕਾਲੀ ਦਲ ਦੀ ਅਲਾਇੰਸ ਖਤਮ ਹੋ ਗਈ ਤੇ ਉਸ ਸਿਚੁਏਸ਼ਨ ਦੇ ਵਿੱਚ ਇਹਨਾਂ ਦੀ ਤਾਰ ਦਿੱਲੀ ਨਾਲ ਜੁੜਨੀ, ਇਹ ਵਰਤਾਰਾ ਮੇਰੇ ਖਿਆਲ 'ਚ ਰਾਸ ਨਹੀਂ ਸੀ ਆ ਰਿਹਾ, ਤੇ ਇਹਨਾਂ ਨੇ ਸ਼ਾਇਦ ਇਹ ਵੀ ਦਿੱਲੀ ਵਾਲਿਆਂ ਨੂੰ ਕਨਵੇ ਕੀਤਾ ਸੀ ਕਿ ਜੇ ਤੁਸੀਂ ਬੰਦੀ ਸਿੰਘ ਸਾਡੇ ਰਿਹਾ ਕਰ ਦਿਓ ਤੇ ਅਸੀਂ ਮੋਦੀ ਜੀ ਨੂੰ ਦਰਬਾਰ ਸਾਹਿਬ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ। ਸੋ ਇਹੋ ਜਿਹੀਆਂ ਗੱਲਾਂ ਪਤਾ ਨਹੀਂ ਕੋਈ ਬੇਸਿਸ ਹੈ ਕਿ ਨਹੀਂ, ਲੇਕਿਨ ਇਹ ਗੱਲਾਂ ਸੁਣਨ ਦੇ ਵਿੱਚ ਆਈਆਂ ਸੀ ਕਿ ਇਸ ਤਰ੍ਹਾਂ ਵਰਤਾਰਾ ਚੱਲ ਰਿਹਾ ਹੈ। ਸੋ ਮੈਨੂੰ ਬਾਕੀ ਸਾਰਿਆਂ ਨਾਲ ਗੱਲ ਨਾਲੋਂ ਜ਼ਿਆਦਾ ਇਹ ਤਾਂ ਗੱਲ ਕਲੀਅਰ ਸੀ ਕਿ ਇਹਨਾਂ ਦੀ ਤਾਰ ਜੁੜ ਗਈ ਦਿੱਲੀ ਦੇ ਨਾਲ, ਔਰ ਇਹ ਤਾਰ ਇਸ ਵੇਲੇ ਜੁੜਨੀ ਇਹ ਰਾਸ ਨਹੀਂ ਸੀ ਆ ਰਹੀ, ਕਿਉਂਕਿ ਦਿੱਲੀ ਦੀ ਲੀਡਰਸ਼ਿਪ ਇਸ ਵੇਲੇ ਪੰਜਾਬ ਵਿੱਚ ਇੱਕ ਆਲਟਰਨੇਟਿਵ ਲੀਡਰਸ਼ਿਪ ਅਕਾਲੀ ਦਲ ਦੇ ਵਿੱਚੋਂ ਬਿਲਡ ਕਰਨ ਲੱਗੀ ਹੋਈ ਹੈ। ਇੱਕ ਨਵਾਂ ਗਰੁੱਪ ਕੋਈ ਖੜਾ ਹੋਵੇ, ਹੋ ਸਕਦਾ ਕੱਲ ਨੂੰ ਐਗਜ਼ਿਸਟਿੰਗ ਅਕਾਲੀ ਦਲ ਨਾਲ ਹੀ ਉਹਨਾਂ ਦੀ ਦੁਬਾਰਾ ਅਲਾਇੰਸ ਹੋ ਜਾਏ, ਲੇਕਿਨ ਉਹ ਇੱਕ ਕੋਸ਼ਿਸ਼ ਕਰ ਰਹੇ ਸੀਗੇ ਕਿ ਕਿਉਂਕਿ ਇਹ ਲੱਗ ਰਿਹਾ ਸੀ ਕਿ ਅਕਾਲੀ ਦਲ ਰਿਵਾਈਵ ਨਹੀਂ ਹੋ ਰਿਹਾ, ਨਵੀਂ ਲੀਡਰਸ਼ਿਪ ਬਿਲਡ ਕੀਤੀ ਜਾਵੇ। ਉਸ ਸਿਚੁਏਸ਼ਨ ਦੇ ਵਿੱਚ ਜਥੇਦਾਰ ਅਕਾਲ ਤਖਤ ਦਾ ਦਿੱਲੀ ਦੇ ਨਾਲ ਸੰਬੰਧ ਹੋਣਾ ਇਹ ਇਰੀਟੇਟ ਕਰਦਾ ਸੀ ਉਹਨਾਂ ਨੂੰ, ਸੋ ਇਸ ਕਰਕੇ ਇਹਨਾਂ ਨੂੰ ਚੇਂਜ ਕੀਤਾ ਗਿਆ। ਲੇਕਿਨ ਇਹਦੇ ਨਾਲ ਹੁਣ ਫਰਕ ਕੀ ਪਏਗਾ? ਗੱਲ ਤਾਂ ਇਹ ਹੈ ਕਿ ਆਫ ਐਂਡ ਆਨ ਇਹ ਪਾਲਿਸੀ ਤਾਂ ਆਲਮੋਸਟ ਜਿਹੜੇ ਬੇਸਿਕ ਇਸ਼ੂਜ਼ ਹੈ ਉਹਨਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਦਾ ਸਟੈਂਡ ਆਲਮੋਸਟ ਕੋਈ ਫਰਕ ਹੀ ਨਹੀਂ। ਜੇ ਨਾਨਕਸ਼ਾਹੀ ਕੈਲੰਡਰ ਦਾ ਇਸ਼ੂ ਹੈ, ਇਹਨਾਂ ਨੇ ਕੋਈ ਟੱਚ ਹੀ ਨਹੀਂ ਕੀਤਾ, ਬਰਗਾੜੀ ਕਦੇ ਟੱਚ ਹੀ ਨਹੀਂ ਕੀਤਾ। ਸੋ ਕੀ ਪੰਥ ਹੁਣ ਗਿਆਨੀ ਰਘਬੀਰ ਸਿੰਘ ਹੋਰਾਂ ਤੋਂ ਆਸ ਕਰ ਸਕਦਾ ਹੈ? ਸਰਦਾਰ ਗੁਰਤੇਜ ਸਿੰਘ ਬੈਠੇ ਹੈ, ਇਹ ਤਾਂ ਵਿਦਵਾਨ ਹੈ, ਅਸੀਂ ਤਾਂ ਜਰਨਲਿਸਟ ਹੈਗੇ ਹਾਂ। ਅਕਾਲ ਤਖਤ ਦੀ ਵਿਆਖਿਆ ਸਾਡੇ ਨਾਲੋਂ ਜ਼ਿਆਦਾ ਇਹ ਬਹੁਤ ਵਧੀਆ ਕਰ ਸਕਦੇ ਹੈ, ਇਹਨਾਂ ਦਾ ਫੀਲਡ ਹੈ, ਸਾਡਾ ਫੀਲਡ ਨਹੀਂ ਹੈ। ਲੇਕਿਨ ਜਿੰਨੀ ਕੁ ਮੇਰੀ ਸਮਝ ਹੈ, ਅਕਾਲ ਤਖਤ ਮੈਂ ਕਹਿੰਦਾ ਹੁੰਦਾ ਕਿ ਸਿੱਖ ਸੋਵਰੈਨਿਟੀ ਦਾ ਸਿੰਬਲ ਹੈ। ਇਹ ਟਰਾਂਸਬਾਰਡਰ ਸੋਵਰੈਨਿਟੀ ਹੈ ਵਰਲਡ ਦੇ ਵਿੱਚ, ਤੇ ਗਲੋਬਲ ਇਹ ਇੰਸਟੀਟਿਊਸ਼ਨ ਹੈ, ਤੇ ਜਿਹਦੀ ਫੰਕਸ਼ਨਿੰਗ ਹੌਲੀ ਹੌਲੀ ਇਵਾਲਵ ਹੋਈ ਹੈ, ਕਦਰਾਂ ਕੀਮਤਾਂ ਬਣਦੀਆਂ ਜਾ ਰਹੀਆਂ। ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਇਹਦਾ ਜਥੇਦਾਰ ਹੋਣਾ ਚਾਹੀਦਾ ਹੈ, ਉਹਦੇ 'ਚ ਰੀੜ੍ਹ ਦੀ ਹੱਡੀ ਹੋਣੀ ਚਾਹੀਦੀ ਹੈ। ਕੁਛ ਰਹਿ ਵੀ ਜਿਨ੍ਹਾਂ ਦੇ ਵਿੱਚ ਸੀ, ਤਾਂ ਕਿ ਇਸ ਸਿਸਟਮ ਦੀ ਜਿਹੜੀ ਇੰਡੀਪੈਂਡੈਂਟ ਫੰਕਸ਼ਨਿੰਗ ਹੈ ਉਹ ਇਨਸ਼ੋਰ ਕੀਤੀ ਜਾ ਸਕੇ। ਜਦੋਂ ਸਿੱਖ ਧਰਮ ਦੁਨੀਆ 'ਚ ਨਿਵੇਕਲਾ ਹੈ, ਜਿਹੜਾ ਰਿਲੀਜੀਓ ਪੋਲੀਟੀਕਲ ਹੈ, ਤੇ ਉਹਦਾ ਸਿੰਬਲ ਅਕਾਲ ਤਖਤ ਸਾਹਿਬ ਹੈ। ਸੋ ਇਹ ਸਾਰੀਆਂ ਗੱਲਾਂ ਧਿਆਨ 'ਚ ਰੱਖ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਜਿਹੜੀ ਸਿੱਖ ਸੰਸਥਾਵਾਂ ਹੈ ਉਹਨਾਂ ਦੀ ਫੰਕਸ਼ਨਿੰਗ ਕਿਸ ਤਰ੍ਹਾਂ ਹੋਣੀ ਚਾਹੀਦੀ ਹੈ ਸਿੱਖ ਫਿਲਾਸਫੀ ਦੇ ਅਕੋਰਡਿੰਗਲੀ, ਤੇ ਫਿਰ ਲੱਗਦਾ ਹੈ ਕਿ ਕਿਤੇ ਕਮੀ ਬਹੁਤ ਵੱਡੀ ਹੈਗੀ ਹੈ ਓਵਰ ਦੀ ਈਅਰਸ, ਤੇ ਕੀ ਉਹ ਕਮੀਆਂ ਦੂਰ ਹੋ ਸਕਦੀਆਂ ਹੈ? ਮੇਰੇ ਖਿਆਲ ਦੇ ਵਿੱਚ ਜਿਹੜਾ ਹੁਣ ਸਿਸਟਮ ਇਸ ਵੇਲੇ ਚੱਲ ਰਿਹਾ ਹੈ, ਇਹ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਇਹ ਸਟੇਟਸ ਕੋ ਦੀ, ਮੈਂ ਲਫ਼ਜ਼ ਸਟੇਟਸ ਹੀ ਕੋ ਵਰਤੂੰਗਾ, ਇਹ ਜਿਹੜੀ ਇਹ ਅਪਾਇੰਟਮੈਂਟਸ ਹੈ ਇਹ ਸਟੇਟਸ ਕੋ ਦੀ ਹੀ ਇੱਕ ਨਿਸ਼ਾਨੀ ਹੈ, ਤੇ ਇਹ ਸਟੇਟਸ ਕੋ ਇਸ ਤਰ੍ਹਾਂ ਹੀ ਕੰਟੀਨਿਊ ਕਰੇਗਾ। ਇਹਦੇ ਵਿੱਚ ਸਿੱਖ ਪੰਥ ਦਾ ਕਿੰਨਾ ਭਲਾ ਹੋ ਸਕਦਾ ਮੈਂ ਇਹਦੇ ਬਾਰੇ ਕਹਿ ਨਹੀਂ ਸਕਦਾ, ਉਹਦਾ ਗੁਰਤੇਜ ਸਿੰਘ ਜੀ ਜ਼ਿਆਦਾ ਇਹਦੇ ਬਾਰੇ ਚਾਨਣਾ ਪਾ ਸਕਦੇ। ਸਰਦਾਰ ਗੁਰਤੇਜ ਸਿੰਘ ਜੀ, ਬੜੇ ਲੰਬੇ ਸਮੇਂ ਤੋਂ ਇਹ ਡਿਮਾਂਡ ਤਾਂ ਬਾਰ-ਬਾਰ ਉੱਠਦੀ ਹੈ ਕਿ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਹੈ ਜਥੇਦਾਰ ਦੀ ਅਪਾਇੰਟਮੈਂਟ ਦਾ, ਜਥੇਦਾਰ ਦੀ ਸੇਵਾ ਮੁਕਤੀ ਦਾ, ਕੋਈ ਟਾਈਮ ਬਾਉਂਡ, ਕੋਈ, ਪਰ ਇੰਨੇ ਲੰਬੇ ਸਮੇਂ ਤੋਂ ਬਾਅਦ ਬਾਰ-ਬਾਰ ਇਹ ਗੱਲਾਂ ਉੱਠਣ ਦੇ ਇੱਧਰ ਨੂੰ ਚੱਲ ਕਿਉਂ ਨਹੀਂ ਰਹੀ? ਕਿਉਂਕਿ ਕਮਿਊਨਿਟੀ ਮਤਲਬ ਉਸ ਪਾਸੇ ਵੱਲ ਨੂੰ ਕੋਈ ਐਫਰਟ ਕਿਉਂ ਨਹੀਂ ਹੋ ਪਾ ਰਹੇ? ਜਾਂ ਇੱਕ ਤਾਂ ਵੈਸੇ ਵੀ ਜਨਰਲੀ ਵੀ ਆਪਾਂ ਦੇਖਦੇ ਹਾਂ, ਚਾਹੇ ਪੋਲਿਟਿਕਸ ਦੇਖੋ, ਧਾਰਮਿਕ ਫੀਲਡ 'ਚ ਦੇਖੋ,
ਸਮਾਜਿਕ ਫੀਲਡ 'ਚ ਦੇਖੋ ਕਿਰਦਾਰ ਬਹੁਤ ਛੋਟੇ ਹੁੰਦੇ ਜਾ ਰਹੇ ਨੇ ਓਵਰਆਲ ਹੀ ਸਮਾਜ ਦੇ, ਜੇ ਆਪਾਂ ਦੇਖਦੇ ਹਾਂ ਮਤਲਬ ਜਿਹੜੇ ਪੁਰਾਣੇ ਬੁਲੰਦੀ ਵਾਲੇ ਕਿਰਦਾਰ ਦਿਖਾਈ ਦਿੰਦੇ ਸੀ ਵੱਖ-ਵੱਖ ਸ਼ੋਬਿਆਂ ਦੇ ਵਿੱਚ, ਉਹ ਵੈਸੇ ਉਵੇਂ ਜੇ ਦਿਖਾਈ ਦਿੰਦੇ ਨੇ ਕਿਸੇ ਨਾ ਕਿਸੇ ਰੂਪ 'ਚ। ਫਿਰ ਇੰਸਟੀਟਿਊਸ਼ਨਲ ਫਰੇਮਵਰਕ ਅਸੀਂ ਕੋਈ ਬਣਾ ਨਹੀਂ ਰਹੇ ਇਹੋ ਜਿਹਾ, ਤਾਂ ਇਹੋ ਜਿਹੀ ਸਿਚੁਏਸ਼ਨ 'ਚ ਜਿਹੜੀ ਪੰਥਕ ਸਿਆਸਤ ਵੀ ਹੋਊ, ਪੰਥਕ ਆਪਣੇ ਕਾਬਾ ਜਿਹੜਾ ਮੰਡਲ ਧਾਰਮਿਕ ਖੇਤਰ ਦਾ ਹੁੰਦਾ ਸੀ, ਕਿਸ ਲੈਵਲ ਦੇ ਬੰਦੇ ਨੇ, ਤੁਸੀਂ ਕਿਵੇਂ ਚਿੱਤਰਦੇ ਹੋ ਕਿ ਆਹ ਜਿਹੜਾ ਫੇਰ ਬਦਲ ਇਹਨਾਂ ਤੱਕ ਸੀਮਤ ਹੋ ਕੇ, ਜਾਂ ਬਹੁਤ ਵਧੀਆ ਬੰਦੇ ਦੋ ਲਾ ਵੀ ਦਿਓ, ਮੰਨ ਲਓ ਕਿਤੋਂ ਲਿਆ ਕੇ ਕੋਈ ਗੱਲ ਕਰ ਲਓ, ਜੇ ਬਾਕੀ ਚੀਜ਼ਾਂ ਨਹੀਂ ਬਦਲਦੀਆਂ ਤਾਂ ਕੁਝ ਬਦਲਣ ਦੀ ਸੰਭਾਵਨਾ ਇਹਦੇ ਨਾਲ ਵੀ ਹੈ ਥੋੜਾ ਬਹੁਤ। ਅਮੀਰ ਸਿੰਘ ਜੀ, ਸਰਦਾਰ ਜਗਤਾਰ ਸਿੰਘ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ, ਔਰ ਮੇਰਾ ਖਿਆਲ ਹੈ ਕਿ ਇਸੇ ਤੇ ਆਪਾਂ ਨੂੰ ਅਗਾਂਹ ਚੱਲਣਾ ਚਾਹੀਦਾ ਹੈ। ਦੇਖੋ ਗੱਲ ਇਹ ਹੈਗੀ ਕਿ ਇਹ ਜਿਹੜਾ ਖਾਲਸਾ ਪੰਥ ਹੈ, ਇਸ ਨੂੰ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਦੇ ਉੱਤੇ ਵਰਤਿਆ ਜਾ ਰਿਹਾ ਹੈ। ਖਾਲਸਾ ਪੰਥ ਕੋਈ ਪੋਲੀਟੀਕਲ ਪਾਰਟੀ ਨਹੀਂ ਹੈ। ਖਾਲਸਾ ਪੰਥ ਸਰਬੱਤ ਦੇ ਭਲੇ ਵਾਸਤੇ ਸਿੱਧਾ ਅਕਾਲ ਪੁਰਖ ਨੇ ਥਾਪਿਆ ਹੋਇਆ ਹੈ। ਉਸ ਨੂੰ ਆਪਣੀ ਜਿਹੜੀ ਸਿਆਸੀ ਜੋ ਉਹਦਾ ਸਿਆਸਤ ਕਰਨ ਦਾ ਜੋ ਤਰਜ਼ ਹੈ ਉਸਦੀ, ਜਾਂ ਜੋ ਉਸਦਾ ਤਰੀਕਾ ਹੈ, ਤੌਰ ਤਰੀਕਾ ਤੇ ਉਸ ਦਾ ਨਿਸ਼ਾਨਾ, ਉਸ ਨੂੰ ਉਹਦੇ ਵਿੱਚ ਲੱਭਣਾ ਚਾਹੀਦਾ ਹੈ। ਅੱਜ ਕੱਲ੍ਹ ਦੇ ਜਿਹੜੇ ਸਾਡੇ ਸਿਆਸਤਦਾਨ ਆਣਗੇ, ਇਹ ਪਹਿਲਾਂ ਇਹ ਕਾਫੀ ਦੇਰ ਤੱਕ ਇਹ ਚੱਲਦਾ ਰਿਹਾ ਤੇ ਅਕਾਲ ਤਖਤ ਦੀ ਬਹੁਤ ਮਾਣ ਸਤਿਕਾਰ ਤੇ ਇਸ ਦੇ ਵਿੱਚ ਸਾਰੇ ਵਾਧਾ ਹੋਇਆ। ਲੇਕਿਨ ਅੱਜ ਕੱਲ੍ਹ ਦੇ ਜਿਹੜੇ ਸਾਡੇ ਸਿਆਸਤਦਾਨ ਆਣਗੇ, ਉਹ ਆਪਣੇ ਆਪ ਸਿੱਖ ਸਿਆਸਤ ਤੋਂ ਤੇ ਸਿੱਖ ਪੰਥ ਦੇ ਮੁੱਢਲੇ ਨਿਸ਼ਾਨੇ ਤੋਂ ਕੋਰੇ ਹਨਗੇ। ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਇਸ ਦੇ ਵਿੱਚ ਇਹ ਸਿਰਫ ਇਹ ਸਮਝਦੇ ਨੇ ਕਿ ਅਕਾਲ ਤਖਤ ਨੂੰ ਵਰਤ ਕੇ ਆਪਣੀ ਸ਼ਕਤੀ ਹਾਸਲ ਕਰਕੇ ਫਿਰ ਆਪਣੇ ਪਰਿਵਾਰ ਦੇ ਸਾਰਾ ਕੁਝ ਕੇਂਦਰ ਬਿੰਦੂ ਰੱਖ ਕੇ ਤੇ ਉਹਦੇ ਆਲੇ ਦੁਆਲੇ ਸਾਰਾ ਕੁਝ ਤਾਣਾ ਬਾਣਾ ਬੁਣਨਾ ਹੈ। ਇਹ ਕੋਈ ਇਹ ਸਿੱਖ ਸਿਆਸਤ ਨਹੀਂ ਤੇ ਨਾ ਹੀ ਇਹ ਪੰਥਕ ਸਿਆਸਤ ਹੈ। ਗੁਰੂ ਸਾਹਿਬ ਨੇ ਦੇਖੋ ਆਪਣੇ ਪੰਥ ਦੇ ਵਿੱਚ ਜਿਹੜਾ ਗੁਰੂ ਹੈ ਉਹ ਅਕਾਲ ਪੁਰਖ ਹੈ ਔਰ ਉਹ ਸੋਵਰਨ ਹੈ। ਉਹ ਸੋਵਰਨ ਹਰ ਜਗ੍ਹਾ ਦੇ ਉੱਤੇ ਹੈ ਔਰ ਉਹ ਸਦੀਵੀ ਸੋਵਰਨ ਹੈ। ਉਸ ਦਾ ਇਹ ਤਖਤ ਹੈ ਔਰ ਜਿਹੜੇ ਗੁਰੂ ਦਾ ਸਰੂਪ ਹੈ ਸਾਡੇ ਵਿੱਚ ਸਾਨੂੰ ਸਮਝਾਇਆ ਗਿਆ, ਗੁਰਬਾਣੀ ਨੇ ਦੱਸਿਆ, ਗੁਰੂਆਂ ਨੇ ਦੱਸਿਆ, ਉਹ ਪਹਿਲਾਂ ਅਕਾਲ ਪੁਰਖ ਹੈ, ਉਸ ਤੋਂ ਬਾਅਦ ਗੁਰੂ ਹੈ, ਗੁਰੂ ਤੋਂ ਬਾਅਦ ਬਾਣੀ ਹੈ, ਬਾਣੀ ਤੋਂ ਬਾਅਦ ਸੰਗਤ ਹੈ। ਹੁਣ ਇਸ ਵੇਲੇ ਸਾਡੇ ਕੋਲੇ ਬਾਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੀੜ ਹੈ, ਜਿਹੜਾ ਸਾਡਾ ਸਤਿਗੁਰੂ ਦਾ ਸਰੂਪ ਹੈ, ਤੇ ਅਸੀਂ ਜਿਹੜੀ ਸਾਧ ਸੰਗਤ ਹੈਗੀ ਸਾਡੇ ਕੋਲੇ। ਇਹ ਜੇ ਤੁਸੀਂ ਭਾਈ ਗੁਰਦਾਸ ਦੀਆਂ ਵਾਰਾਂ ਵੱਲ ਜਾਓ ਤਾਂ ਉੱਥੇ ਵੀ ਸ਼ੁਰੂ ਤੋਂ ਵਿੱਚ ਵੀ ਗੁਰੂ ਨਾਨਕ ਸਾਹਿਬ ਇਹੀ ਕਹਿੰਦੇ ਨੇ ਸਿੱਧਾਂ ਨੂੰ ਕਿ ਭਾਈ ਬਾਣੀ ਤੋਂ ਬਿਨਾਂ ਤੇ ਸੰਗਤ ਤੋਂ ਬਿਨਾਂ ਮੇਰੇ ਕੋਲੇ ਹੋਰ ਕੋਈ ਓਟ ਨਹੀਂ। ਸੋ ਇਹ ਜਿਹੜਾ ਇਸ ਭਾਵਨਾ ਦੇ ਉੱਤੇ, ਇਸ ਧਾਰਨਾ ਦੇ ਉੱਤੇ ਜਿਸ ਵੇਲੇ ਸਾਡੀ ਸਿਆਸਤ ਆ ਜਾਏਗੀ ਨਾ, ਉਸ ਵੇਲੇ ਸਾਨੂੰ ਦੱਸਣ ਲੱਗੇਗਾ ਕਿ ਅਕਾਲ ਤਖਤ ਕਿਹੋ ਜਿਹਾ ਹੋਣਾ ਚਾਹੀਦਾ ਹੈ, ਪੰਥ ਕਿਹੋ ਜਿਹਾ ਹੋਣਾ ਚਾਹੀਦਾ ਹੈ, ਸਿਆਸਤ ਸਾਡੀ ਸਿੱਖਾਂ ਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ। ਹੁਣ ਪਿਛਲੇ ਸਮਿਆਂ ਦੇ ਵਿੱਚ 15 ਸਾਲ ਜਾਂ 5 ਵਾਰੀ ਕਹਿੰਦੇ ਜੀ ਮੁੱਖ ਮੰਤਰੀ ਬਣੇ ਰਹੇ ਸਰਦਾਰ ਪ੍ਰਕਾਸ਼ ਸਿੰਘ ਜੀ। ਹੁਣ ਉਹ 15 ਸਾਲ ਤਾਂ ਬਣੇ ਰਹੇ, ਲੇਕਿਨ 15 ਸਾਲ ਦੇ ਵਿੱਚ ਉਹਨਾਂ ਨੇ ਪੰਥ ਨੂੰ ਕੀ ਦਿੱਤਾ ਤੇ ਪੰਜਾਬ ਨੂੰ ਕੀ ਦਿੱਤਾ ਤੇ ਮਾਨਵਤਾ ਨੂੰ ਕੀ ਦਿੱਤਾ। ਸਾਡੇ ਜਿਹੜੇ ਸਰੋਕਾਰ ਹਨਗੇ ਉਹ ਮਾਨਵਤਾ ਤੱਕ ਪਹੁੰਚਦੇ ਨੇ। ਸਾਡੀ ਬੁਲੰਦੀ ਉਸ ਵੇਲੇ ਹੁੰਦੀ ਹੈ ਜਦੋਂ ਅਸੀਂ ਮਾਨਵਤਾ ਦੇ ਸਰੋਕਾਰਾਂ ਨੂੰ ਲੈ ਕੇ ਆਪਣੀ ਸਿਆਸਤ ਨੂੰ ਉਸ ਦੇ ਅਨੁਸਾਰ ਢਾਲਦੇ ਹਾਂ। ਔਰ ਜਿਹੜੀ ਅਸੀਂ ਕਿਸੇ ਦਾ ਬੁਰਾ ਨਹੀਂ ਚਾਹੁੰਦੇ, ਨਾ ਨੇਸ਼ਨ ਦਾ, ਨਾ ਕਿਸੇ ਇੱਕ ਇੰਡੀਵਿਜੂਅਲ ਦਾ, ਨਾ ਕਿਸੇ ਜਮਾਤ ਦਾ, ਨਾ ਕਿਸੇ ਧਰਮ ਦਾ, ਨਾ ਅਸੀਂ ਕਿਸੇ ਧਰਮ ਦਾ ਡੋਮੀਨੇਸ਼ਨ ਚਾਹੁੰਦੇ ਹਾਂ। ਤੁਸੀਂ 1947 ਤੱਕ ਵੀ ਜਿਹੜੀ ਅਕਾਲੀ ਸਿਆਸਤ ਰਹੀ ਹੈ, ਉਸ ਤੋਂ ਬਾਅਦ ਮਾਰਸ਼ਲ ਜੀ 1960 ਤੱਕ 62 ਤੱਕ ਰਹੇ ਨੇ। ਉਸ ਵੇਲੇ ਵੀ ਤੁਸੀਂ ਦੇਖਦੇ ਹੋਵੋਗੇ ਕਿ ਉਹਨਾਂ ਦੇ ਸਦਾ ਹੀ ਇਹ ਸਰੋਕਾਰ ਹੁੰਦੇ ਸੀ, ਸਦਾ ਹੀ ਇਹ ਆਵਾਜ਼ ਹੁੰਦੀ ਸੀ ਕਿ ਅਸੀਂ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੇ ਹਾਂ। ਹੁਣ ਇਹ ਜਿਹੜਾ ਪੱਖ ਹੈ ਬਿਲਕੁਲ ਮਨਫੀ ਆਪਣੇ ਸਾਰੇ ਸਿਆਸਤ ਦੇ ਵਿੱਚੋਂ, ਔਰ ਪੰਥ ਦੀ ਜਿਹੜੀ ਕਾਰਜ ਪ੍ਰਣਾਲੀ ਹੈ ਉਹ ਇਸ ਦੇ ਅਨੁਸਾਰ ਬਣਾਈ ਨਹੀਂ ਗਈ। ਪੰਥ ਨੂੰ ਇਕੱਠਾ ਨਹੀਂ ਕੀਤਾ ਗਿਆ, ਪੰਥ ਦਾ ਕੋਈ ਲੀਡਰ ਨਹੀਂ ਹੈ, ਪੰਥ ਦਾ ਐਕਸਪ੍ਰੈਸ਼ਨ ਦੇਣ ਵਾਸਤੇ ਕੋਈ ਉਹਨਾਂ ਦਾ ਕੋਈ ਇਸ ਤਰ੍ਹਾਂ ਦਾ ਇੰਤਜ਼ਾਮ ਨਹੀਂ ਹੈ ਕਿ ਉਹ ਆਪਣੀ ਗੱਲ ਨੂੰ ਕਹਿ ਸਕਣ ਔਰ ਉਸ ਨੂੰ ਇਫੈਕਟਿਵਲੀ ਲੋਕਾਂ ਤੱਕ ਪਹੁੰਚਾ ਸਕਣ। ਇਹ ਜਿਹੜੇ ਜਥੇਦਾਰ ਸਾਹਿਬ ਬਣਾਏ ਗਏ ਸਨ, ਇਹਨਾਂ ਦੇ ਬਾਰੇ ਕਾਫੀ ਪਹਿਲਾਂ
ਉਮੀਦਾਂ ਸਨ ਲੋਕਾਂ ਨੂੰ ਕਿ ਇਹ ਬਹੁਤ ਅੱਛੇ ਰਹਿਣਗੇ, ਕਿਉਂਕਿ ਇਹ ਸਾਰਾ ਕੁਝ ਸਮਝਦੇ ਸਨ, PhD ਇਹ ਕਰ ਰਹੇ ਸਨ ਤੇ ਔਰ ਇਹ ਪੜ੍ਹੇ ਲਿਖੇ ਇਨਸਾਨ ਸਨ, ਤਾਂ ਇਹਨਾਂ ਨੂੰ ਇਸ ਦੀ ਸਿੱਖੀ ਦੀ ਬੇਸਿਕ ਸਮਝ ਹੋਏਗੀ। ਜੇ ਤੁਸੀਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜੇ ਕੋਈ ਨਾ ਤੁਰਾਏ ਵੱਡਾ, ਸਾਧ ਕਰੇ ਮਨ ਭਾਣੇ। ਜੇ ਬਹੁਤ ਵੱਡਾ ਹੋ ਜਾਏ ਕੋਈ, ਉਹ ਵੀ ਖਸਮ ਦੇ ਸਾਹਮਣੇ ਇੱਕ ਛੋਟਾ ਜਿਹਾ ਕੀੜਾ ਹੈ। ਤਾਂ ਜਿਹੜੇ ਪ੍ਰਮਾਤਮਾ ਦਾ ਹੁਕਮ ਹੈ, ਅਕਾਲ ਪੁਰਖ ਦਾ ਜਿਹੜਾ ਹੁਕਮ ਹੈ, ਉਸ ਦੇ ਨਾਲ ਜੁੜ ਕੇ ਜਿਹੜੀ ਸਿਆਸਤ ਹੈ, ਉਸ ਨੇ ਸਿੱਖਾਂ ਦੀ ਮਰਜ਼ੀ ਪ੍ਰਗਟ ਕਰਨੀ ਹੈ, ਖਾਲਸਾ ਪੰਥ ਦੀ ਮਰਜ਼ੀ ਪ੍ਰਗਟ ਕਰਨੀ ਹੈ। ਇਹ ਭਾਵਨਾ, ਇਹ ਵਿਚਾਰ, ਇਹ ਪ੍ਰਿੰਸੀਪਲ ਹੈ, ਇਹ ਸਿੱਖ ਸਿਆਸਤ ਦੇ ਵਿੱਚੋਂ 1962-63 ਤੋਂ ਬਾਅਦ, ਮਾਸਟਰ ਜੀ ਤੋਂ ਬਾਅਦ ਬਿਲਕੁਲ ਮਨਫੀ ਹੈ। ਔਰ ਹਰ ਇੱਕ ਜਿਹੜੀ ਸਰਕਾਰ ਆਉਂਦੀ ਰਹੀ ਜਾਂਦੀ ਰਹੀ, ਉਹਨਾਂ ਦਾ ਮਕਸਦ ਕਿਸੇ ਦੇ ਹੋਰ ਦੇ ਬਾਰੇ ਨਹੀਂ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ ਕਈ ਵਾਰੀ ਤੁਸੀਂ ਦੇਖਿਆ ਹੋਣਾ, ਜਗਤਾਰ ਜੀ ਇੰਡੀਅਨ ਐਕਸਪ੍ਰੈਸ ਹੁੰਦੇ ਸਨ, ਉਹਨਾਂ ਨੇ ਇੱਕ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਪੂਰੇ ਸਫ਼ੇ ਦਾ ਇੱਕ ਇਸ਼ਤਿਹਾਰ ਦਿੱਤਾ ਸੀਗਾ ਜਦੋਂ ਇਹ ਦੂਸਰੀ ਵਾਰੀ ਮੁੱਖ ਮੰਤਰੀ ਬਣੇ ਨੇ, ਕਿ ਜੀ ਅਸੀਂ ਪੰਜਾਬ ਦੇ ਵਿੱਚ ਸ਼ਾਂਤੀ ਲਿਆਤੀ। ਹੁਣ ਸ਼ਾਂਤੀ ਕਿਸ ਕਰਕੇ ਸੀ? ਕਿ ਸਿੱਖਾਂ ਕਰਕੇ ਸ਼ਾਂਤੀ ਸੀ? ਤੁਸੀਂ ਤਾਂ ਸਿੱਖਾਂ ਦੇ ਲੀਡਰ ਸੀ। ਤੁਸੀਂ ਸ਼ਾਂਤੀ ਲਿਆਉਣ ਦਾ ਕੀ ਮਤਲਬ ਹੈ? ਸ਼ਾਂਤੀ ਲਿਆਉਣ ਦਾ ਮਤਲਬ ਇਹ ਹੈਗਾ ਕਿ ਮੈਂ ਸਿੱਖਾਂ ਨੂੰ ਬੰਨ੍ਹ ਲਾ ਕੇ, ਸਿੱਖਾਂ ਦੇ ਨੂੜ ਕੇ, ਸਿੱਖਾਂ ਨੂੰ ਤੇ ਇਹਨਾਂ ਨੂੰ ਆਪਣੇ ਸਿਆਸਤ ਦੇ ਵਿੱਚ ਆਪਣੇ ਅਧੀਨ ਕਰ ਲਿਆ ਹੈ, ਤੇ ਹੁਣ ਮੇਰੇ ਬਰਖਲਾਫ ਹੁਣ ਅਸੀਂ ਦੂਸਰਿਆਂ ਦੇ ਨਾਲ ਆਪਣਾ ਕਰੂਰਾ ਮਿਲਾ ਕੇ ਤੇ ਚੱਲਣ ਦੇ ਯੋਗ ਹੋ ਗਏ ਹਾਂ। ਹੁਣ ਜੇ ਤੁਸੀਂ ਦੇਖੋ ਵੀ ਇੱਕ ਸਿਆਸਤ ਚੱਲੀ ਸੀ ਕਿ ਜੀ ਸਿੱਖਾਂ ਦੇ ਜਿਹੜੇ ਸਰੋਕਾਰ ਹਨਗੇ, ਇਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਇਹਨਾਂ ਨੇ ਇੱਕ ਵਰਲਡ ਸਿੱਖ ਕਨਵੈਨਸ਼ਨ ਬੁਲਾਈ, ਉਸ ਦੇ ਵਿੱਚ ਸਾਰੇ ਮਸਲੇ ਨਿਤਾਰੇ ਗਏ, ਤੇ ਉਸ ਤੋਂ ਬਾਅਦ ਉਹਨਾਂ ਮਸਲਿਆਂ ਦੇ ਉੱਤੇ ਉਹਨਾਂ ਨੇ ਇੱਕ ਐਸਾ ਅਡੰਬਰ ਬਣਾਇਆ ਜੀ, ਖਾਲਿਸਤਾਨ ਬਣਾ ਰਹੇ ਆ, ਇਹ ਕਰ ਰਹੇ ਆ, ਉਹ ਕਰ ਰਹੇ ਆ, ਔਰ ਉਹਨਾਂ ਨੇ ਉਸ ਨੂੰ ਖਤਮ ਕਰਤਾ। ਤਾਂ ਇਹਨਾਂ ਨੂੰ ਹੁਣ ਜਿਹੜੇ ਲੋਕ ਉਸ ਵੇਲੇ ਉਹਨਾਂ ਦੇ ਨਾਲ ਸਨ, ਉਹਨਾਂ ਨੂੰ ਖੁਸ਼ ਕਰਨ ਵਾਸਤੇ ਕਹਿੰਦੇ ਜੀ ਅਸੀਂ ਸਿੱਖਾਂ ਨੂੰ ਹੁਣ ਟੇਮ ਕਰ ਲਿਆ, ਤੇ ਹੁਣ ਇਹ ਬਿਲਕੁਲ ਨਹੀਂ ਕੋਈ ਅਸ਼ਾਂਤੀ ਕਰਨਗੇ। ਅਸ਼ਾਂਤੀ ਸਿੱਖਾਂ ਨੇ ਕਿਹੜੀ ਕੀਤੀ ਸੀ? ਉਹ ਤਾਂ ਇਹ ਕਹਿ ਰਹੇ ਸੀ ਵੀ ਆ ਸਾਡੇ ਆਹ ਮਸਲੇ ਹਨਗੇ, ਇਹਨਾਂ ਨੂੰ ਹੱਲ ਕਰ ਦਿਓ, ਸੰਵਿਧਾਨ ਹੈਗਾ, ਸੰਵਿਧਾਨ ਦੇ ਅਨੁਸਾਰ ਕਰ ਦਿਓ। ਪਾਣੀ ਪੰਜਾਬ ਦਾ ਬਾਹਰ ਜਾ ਰਿਹਾ ਸੂਬੇ ਤੋਂ, ਇਹ ਪਾਣੀ ਸਾਡਾ ਬਣਦਾ ਸੰਵਿਧਾਨ ਦੇ ਅਨੁਸਾਰ, ਸਾਨੂੰ ਦੇ ਦਿਓ। ਤੇ ਇਹਦੇ ਵਿੱਚ ਸ਼ਾਂਤੀ ਦੀ ਕਿਹੜੀ ਗੱਲ ਸੀ? ਸੋ ਇਹ ਜਿਹੜਾ ਸਾਰਾ ਕੁਝ ਸਾਡੀ ਸਿਆਸਤ ਹੈ, ਇਸ ਨੂੰ ਦੁਬਾਰੇ ਥੋੜਾ ਜਿਹਾ ਨਿਖਾਰਨਾ ਪਏਗਾ, ਔਰ ਜਿਹੜਾ ਪੰਥ ਹੈ ਉਸ ਨੂੰ ਆਪਣੇ ਆਪ ਨੂੰ ਅਸਰਟ ਕਰਨਾ ਪਏਗਾ। ਔਰ ਫਿਰ ਜਦੋਂ ਪੰਥ ਦੀ ਮਰਜ਼ੀ ਦੇ ਅਨੁਸਾਰ ਜਥੇਦਾਰ ਬਣੇਗਾ, ਨਾ ਕਿ ਕਿਸੇ ਦੀ ਜੇਬ ਦੇ ਵਿੱਚੋਂ ਲਿਫਾਫਾ ਨਿਕਲੇਗਾ, ਤਾਂ ਫਿਰ ਅਸੀਂ ਉਮੀਦ ਕਰ ਸਕਦੇ ਹਾਂ ਕਿ ਅਸੀਂ ਕਿਸੇ ਸਿੱਧੇ ਰਾਹ ਦੇ ਉੱਤੇ ਪਾਵਾਂਗੇ ਤੇ ਔਰ ਕਿਤੇ ਪਹੁੰਚਣ ਯੋਗ ਹੋਵਾਂਗੇ, ਤੇ ਅਸੀਂ ਮਾਨਵਤਾ ਦੀ ਸੇਵਾ ਕਰ ਸਕਾਂਗੇ, ਜਿਹੜਾ ਕਿ ਸਾਡਾ ਆਦਰਸ਼ ਹੈ। ਸਰਦਾਰ ਜਗਤਾਰ ਸਿੰਘ ਜੀ, ਜਿਹੜਾ ਇਸੇ ਨੂੰ ਜੇਕਰ ਪੋਲੀਟੀਕਲੀ ਆਪਾਂ ਲੈਂਦੇ ਆ, ਤੇ ਇੱਕ ਇਲੈਕਟੋਰਲ ਪੋਲਿਟਿਕਸ ਆ, ਉਹਦੀਆਂ ਆਪਣੀਆਂ ਜ਼ਰੂਰਤਾਂ ਨੇ, ਕਿਉਂਕਿ ਉੱਥੇ ਤੱਕ ਸਭ ਦੀ ਵੋਟ ਪੈਣੀ ਹੈ, ਵੋਟ ਦੀ ਪਰਸੈਂਟੇਜ ਤੁਹਾਡੇ ਕੋਲ ਆਉਣੀ ਹੈ, ਤੁਸੀਂ ਜਿੱਤਦੇ ਤਾਂ ਇੱਕ ਸਿਧਾਂਤਕ ਪਹਿਲੂ ਹੈ ਜਿਹੜਾ ਇੱਕ ਕਦਰਾਂ ਕੀਮਤਾਂ ਜਾਂ ਇੱਕ ਡਾਇਰੈਕਸ਼ਨ ਦੀ ਗੱਲ ਕਰਦਾ, ਤੇ ਇਹ ਦੋਨਾਂ ਦਾ ਵੀ ਕੋਈ ਆਪਸ ਦੇ ਵਿੱਚ ਟਕਰਾਅ ਹੈ, ਇੱਕ ਇਲੈਕਟੋਰਲ ਪੋਲਿਟਿਕਸ ਦਾ ਤੇ ਇੱਕ ਸਿਧਾਂਤਕ ਸਿਆਸਤ ਦਾ, ਜਿਹੜੀ ਸਿਆਸਤ ਤੁਹਾਨੂੰ ਪੰਥਕ ਸਿਆਸਤ ਦੇ ਰੂਪ ਦੇ ਵਿੱਚ ਕਰਨੀ ਚਾਹੀਦੀ ਹੈ, ਜਿਵੇਂ ਵਿਦਵਾਨ ਸਾਰੇ ਕਹਿੰਦੇ ਨੇ ਕਿ ਜੀ ਪੰਥਕ ਸਿਆਸਤ ਕਰੋ ਉਸ ਮਾਮਲੇ ਦੇ ਵਿੱਚ, ਜਾਂ ਕੀ ਪੰਥਕ ਸਿਆਸਤ ਉਸ ਰੂਪ ਚ ਕਰਦੇ ਹੋਏ ਵੀ ਇਹ ਚੀਜ਼ਾਂ ਦੋਨੋਂ ਮੈਨੇਜ ਹੋ ਜਾਂਦੀਆਂ ਨੇ? ਕੋਈ ਐਡੀ ਗੱਲ ਨਹੀਂ ਹੈ, ਜ਼ਰੂਰੀ ਨਹੀਂ ਹੈ ਇਸ ਕਿਸਮ ਦੀ ਗੱਲ ਕਰਨ ਦੀ ਕਿ ਵੋਟ ਲੈਣ ਲਈ ਕੋਈ ਆਪਣੇ ਪ੍ਰਿੰਸੀਪਲ ਛੱਡੇ ਜਾਣ। ਗੁਰਤੇਜ ਜੀ ਨੇ ਸਿੱਖੀਜ਼ਮ ਦਾ ਜਿਹੜਾ ਖਾਸਾ ਹੈ ਨਾ, ਉਹ ਡਿਫਾਈਨ ਕੀਤਾ ਨਾਲ। ਆਪਾਂ ਵੀ ਗੱਲ ਕਰਦੇ ਹੁੰਦੇ ਆ ਵੀ ਜਿਹੜਾ ਸਿੱਖ ਧਰਮ ਹੈ ਇਹ ਮਾਨਵਤਾਵਾਦੀ ਹੈ। ਮੈਂ ਲਫ਼ਜ਼ ਗੁਰਤੇਜ ਜੀ, ਮੈਂ ਮਾਨਵਤਾਵਾਦੀ ਲਫ਼ਜ਼ ਵਰਤਦਾ ਹੁੰਦਾ ਵੀ ਸਿੱਖ ਧਰਮ ਜਿਹੜਾ ਹੈ ਹੀ ਮਾਨਵਤਾਵਾਦੀ, ਉਹਦੀ ਕਿਸੇ ਨਾਲ ਕਨਫਰੰਟੇਸ਼ਨ ਜਾਂ ਕੰਟਰਾਡਿਕਸ਼ਨ ਕਿੱਥੋਂ ਹੋ ਸਕਦੀ ਹੈ? ਬਿਲਕੁਲ ਨਹੀਂ ਹੋ ਸਕਦੀ। ਸੋ ਜਦੋਂ ਅਸੀਂ ਉਸ ਪੈਰਾਮੀਟਰ ਦੇ ਵਿੱਚ ਆਪਣੀ ਸਿਆਸਤ ਨੂੰ ਡਿਫਾਈਨ ਕਰਾਂਗੇ ਤੇ ਜਿਹੜੀ ਕਨਫਰੰਟੇਸ਼ਨ ਕਿਸੇ ਨਾਲ ਵੀ ਹੈ ਉਹ ਨਹੀਂ ਆਏਗੀ। ਅਕਾਲੀ ਦਲ ਦਾ ਵਿਧਾਨ 1948, ਉਹਦਾ ਜਿਹੜਾ ਪਹਿਲਾ ਆਬਜੈਕਟਿਵ ਹੈ ਉਹਦੇ ਵਿੱਚ ਕਲੀਅਰਲੀ ਡਿਫਾਈਨਡ ਹੈ। ਜਿਹੜੀ ਆਪਾਂ ਮਾਨਵਤਾਵਾਦੀ ਅਪਰੋਚ ਦੀ ਗੱਲ ਕਰ ਰਹੇ ਹਾਂ, ਮਨੁੱਖਤਾ ਦੀ ਸੇਵਾ ਨਾਲ ਪੰਥ ਦੀ ਸੇਵਾ, ਉਹ ਸਾਰਾ ਕੁਝ ਇਕੱਠਾ ਹੈ। 1974 ਦਾ ਜਦੋਂ ਅਸੀਂ ਅਕਾਲੀ ਦਲ ਦਾ ਵਿਧਾਨ ਚੱਕਦੇ ਹਾਂ, ਉਹ ਵੀ ਬੜਾ ਕਲੀਅਰ ਉਹਦੇ ਚ ਆਰਟੀਕੂਲੇਸ਼ਨ ਹੈ ਕਿ ਪੰਥ ਦਾ ਤੇ ਆਪਣੇ ਸਿਆਸਤ ਦਾ ਆਪਸ ਦੇ ਵਿੱਚ ਇੰਟਰਲੇਸ਼ਨ ਕੀ ਹੈ, ਕਿਤੇ ਕੋਈ ਕੰਟਰਡਿਕਸ਼ਨ ਨਹੀਂ ਹੈ। ਲੇਕਿਨ ਅਲਟੀਮੇਟਲੀ ਹੋਇਆ ਕੀ ਹੈ ਕਿ ਸਿਰਫ ਇੱਕ
1996 ਤੋਂ ਬਾਅਦ ਜਿਹੜਾ ਵਰਤਾਰਾ ਚੱਲਿਆ ਹੈ, ਖਾਸ ਕਰਕੇ ਉਹਦੇ 'ਚ ਕਿ ਅਸੀਂ ਪਾਵਰ ਤੇ ਕਿਵੇਂ ਡੋਮੀਨੇਟ ਕਰਨਾ ਹੈ, ਮੋਨੋਪੋਲਾਈਜ਼ ਕਿਵੇਂ ਕਰਨਾ, ਬਾਕੀਆਂ ਨੂੰ ਕਿਵੇਂ ਐਲੀਮੀਨੇਟ ਕਰਨਾ ਹੈ। ਉਹਦੇ ਵਿੱਚ ਜਿਹੜੀ ਸਿੱਖ ਸੰਸਥਾਵਾਂ, ਮੈਂ ਸਿੱਖ ਸੰਸਥਾਵਾਂ ਤਿੰਨ ਲੈਣਾ ਹੁੰਦਾ। ਅਕਾਲ ਤਖਤ ਸਾਹਿਬ ਨੰਬਰ 1, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੰਬਰ 2, ਮੈਂ ਸ਼੍ਰੋਮਣੀ ਅਕਾਲੀ ਦਲ ਪੋਲੀਟੀਕਲ ਪਾਰਟੀ ਦੀ ਸਿੱਖ ਸੰਸਥਾ ਲੈ ਕੇ ਚੱਲਦਾ ਹੁੰਦਾ। ਮੈਂ ਤਿੰਨ ਸੰਸਥਾਵਾਂ ਲੈਣਾ ਹੁੰਦਾ। ਹੋਇਆ ਕਿ ਤੀਜੀ ਨੇ ਦੂਜੀ ਬਾਕੀ ਦੋਵਾਂ ਨੂੰ ਆਪਣੇ ਕਲਾਵੇ 'ਚ ਲੈ ਲਿਆ। ਇਹਨਾਂ ਦੀ ਅੰਡਰਸਟੈਂਡਿੰਗ ਅਕਾਲੀ ਦਲ ਦੇ ਵਿੱਚ ਇਹ ਸੀਗੀ ਕਿ ਜਦ ਤੱਕ ਅਕਾਲ ਤਖਤ ਤੇ SGPC ਜ਼ਿਆਦਾ ਪਾਵਰਫੁਲ ਹੈ, ਅਕਾਲੀ ਦਲ ਦੇ ਪ੍ਰਧਾਨ ਦੀ ਪਾਵਰ ਤੇ ਕੁਐਸਚਨ ਮਾਰਕ ਲੱਗਦਾ ਰਹੇਗਾ। ਪਹਿਲਾਂ ਹੁੰਦਾ ਰਿਹਾ ਸੀ ਇਹ, ਲੇਕਿਨ ਇੱਕ ਗੱਲ ਭੁੱਲ ਜਾਂਦੇ, ਇਹ ਜਿਹੜੀਆਂ ਦੋ ਸੰਸਥਾਵਾਂ ਹੈ, ਸਭ ਤੋਂ ਪਹਿਲਾਂ ਅਕਾਲ ਤਖਤ ਆਰਟੀਕੂਲੇਸ਼ਨ ਹੈ ਖਾਲਸਾ ਪੰਥ ਦੀ, ਉਸ ਥਾਟ ਦੀ। ਮਾਡਰਨ ਟਾਈਮ ਦੇ ਵਿੱਚ ਜਿਹੜੀ ਇਹਦੀ ਆਰਟੀਕੂਲੇਸ਼ਨ ਹੈ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ, ਜਿਸ ਢੰਗ ਨਾਲ ਇਹ ਕਮੇਟੀ ਬਣੀ, ਜਿਵੇਂ ਇਹ ਫੰਕਸ਼ਨ ਕਰਦੀ ਰਹੀ। ਡਿਸਟੋਰਸ਼ਨ ਤਾਂ ਬਹੁਤ ਬਾਅਦ ਦੇ ਵਿੱਚ ਆਉਂਦੀ ਹੈ। ਇਹਦੇ 'ਚ ਜਿਹੜੇ 15 ਬੰਦੇ ਕੋਪ ਕਰਦੇ ਸੀ, ਭਾਈ ਕਾਨ ਸਿੰਘ ਨਾਭਾ ਵਰਗੇ ਲੋਕ ਵੀ ਰਹੇ, ਪ੍ਰੋਫੈਸਰ ਜੋਤ ਸਿੰਘ ਵਰਗੇ ਵੀ ਰਹੇ। ਹੁਣ ਤਾਂ ਜਿਹੜੇ ਡਿਫੀਟਡ ਪੋਲੀਟੀਸ਼ੀਅਨ ਹੈ, ਉਹ ਲਿਆ ਕੇ ਅਸੀਂ ਨੋਮੀਨੇਟ ਕਰ ਦਿੰਦੇ। ਕਸੂਰ SGPC ਦਾ ਜਾਂ ਅਕਾਲ ਤਖਤ ਦਾ ਨਹੀਂ ਹੈ। ਜਿਹੜੀ ਪਾਵਰ ਪੋਲੀਟਿਕਸ ਹੈ, ਉਹਨਾਂ ਨੇ ਅਲਟੀਮੇਟਲੀ ਗਲਬਾ ਇਹਨਾਂ ਤੇ ਕਰ ਲਿਆ, ਤੇ ਉਸ ਪ੍ਰੋਸੈਸ ਦੇ ਵਿੱਚ ਇਹਨਾਂ ਦਾ ਨਿਗਾਰ ਹੋਣਾ ਸ਼ੁਰੂ ਹੋ ਗਿਆ। ਹੁਣ ਅੱਜ ਦੀ ਸਿਚੁਏਸ਼ਨ ਦੇ ਵਿੱਚ ਇਹਨਾਂ ਨੂੰ ਜੇ ਸੰਸਥਾਵਾਂ ਨੂੰ ਰਿਵਾਈਵ ਕਰਨਾ ਹੈ, ਤਾਂ ਸਿੱਖ ਪੰਥ ਨੂੰ ਇੱਕ ਕਿਸੇ ਢੰਗ ਨਾਲ, ਮੈਨੂੰ ਵੀ ਨਹੀਂ ਪਤਾ ਕਿ ਢੰਗ ਕੀ ਹੋ ਸਕਦਾ ਹੈ, ਇਕੱਠੇ ਬੈਠ ਕੇ ਇੱਕ ਵਾਰੀ, ਜਿਵੇਂ ਪਹਿਲਾਂ ਹੋਇਆ ਸੀ 1920 ਵਿੱਚ ਵੀ ਇਹ ਭਾਣਾ ਵਾਪਰਿਆ ਸੀ, ਜਦੋਂ SGPC ਬਣੀ ਹੈ ਤੇ ਉਹਨੇ ਅਕਾਲੀ ਦਲ ਬਣਾਇਆ ਤੇ ਅਕਾਲ ਤਖਤ ਨੂੰ ਆਜ਼ਾਦ ਕਰਵਾਇਆ। ਮੈਂ ਹੁਣ ਦੋ ਐਗਜ਼ਾਮਪਲ ਅਕਾਲ ਤਖਤ ਮਜਬੂਰੀਆਂ ਜਣੀਆਂ ਪੈਣੀਆਂ। 1920 ਜਨਰਲ ਡਾਇਰ ਨੂੰ ਆਨਰ ਕੀਤਾ ਸੀਗਾ, ਉਹੀ ਰੋਲ ਅਕਾਲ ਤਖਤ ਦਾ ਮਾਡਰਨ ਟਾਈਮ ਦੇ ਵਿੱਚ ਰਿਹਾ। ਬਰਗਾੜੀਆਂ ਨੇ ਬੜੀ ਵਾਪਰਿਆ ਨਾ, ਜਦੋਂ ਅਕਾਲੀ ਦਲ ਦੀ ਸਰਕਾਰ ਸੀਗੀ। ਸੋ ਅਕਾਲ ਤਖਤ ਨੇ ਕੋਈ ਕਿੰਤੂ ਪਰੰਤੂ ਕੀਤਾ ਹੀ ਨਹੀਂ ਕਦੇ। ਸੋ ਜਿਹੜਾ ਨਿਗਾਰ ਹੈ ਲਗਾਤਾਰ ਰਹਿ ਗਿਆ। ਸੋ ਪੰਥ ਨੂੰ ਸਿਰ ਜੋੜ ਕੇ ਬੈਠ ਕੇ ਕੋਈ ਇਹਦਾ ਰਸਤਾ ਲੱਭਣਾ ਚਾਹੀਦਾ ਹੈ, ਤੇ ਇਸ ਵੇਲੇ ਸਾਰੀ ਦੁਨੀਆ ਦੇ ਸਿੱਖਾਂ ਦੀ ਇਹ ਲੋੜ ਹੈ। ਸਰਦਾਰ ਗੁਰਤੇਜ ਸਿੰਘ ਜੀ, ਜਿਵੇਂ ਹਾਲਾਤ ਬਦਲਦੇ ਨੇ, ਡਿਵੈਲਪਮੈਂਟ ਬਦਲਦੇ ਨਾਲ ਇੱਕ ਚੀਜ਼ਾਂ ਹੋਰ ਵੀ ਬਦਲਦੀਆਂ ਨੇ। ਸਪੋਜ਼ ਕਰੋ ਜਦੋਂ ਦੀ ਆਪਾਂ ਗੱਲ ਕਰਦੇ ਆ ਕਿ ਸ਼੍ਰੋਮਣੀ ਕਮੇਟੀ ਕੋਲ ਇਹ ਰਾਈਟ ਸੀਗਾ ਕਿ ਜਥੇਦਾਰ ਨੂੰ ਬਣਾਉਣ ਦਾ, ਉਦੋਂ ਸ਼ਾਇਦ ਪੋਲਿਟਿਕਸ ਵੀ ਇਹੋ ਜਿਹੀ ਨਹੀਂ ਸੀ ਜਿਹੜੀ ਅੱਜ ਹੈ। ਤੇ ਦੂਜੀ ਹੁਣ ਜਿਹੜਾ ਸਿੱਖ ਡਾਇਸਪੋਰਾ ਹੈ, ਕਿੰਨੇ ਲੋਕ ਬਾਹਰ ਵਿਦੇਸ਼ਾਂ ਦੇ ਵਿੱਚ ਪਰਮਾਨੈਂਟ ਹੋ ਗਏ, ਬਸ ਕੇ ਜਾ ਕੇ ਵੱਖ-ਵੱਖ ਹੋਰਾਂ ਥਾਵਾਂ ਤੇ ਰਹਿ ਰਹੇ ਨੇ। ਔਰ ਹੁਣ ਗੁਰਦੁਆਰਾ ਕਮੇਟੀਆਂ ਵੀ ਇੱਕ ਨਵਾਂ ਐਕਟ ਬਣ ਗਿਆ, ਹਰਿਆਣੇ ਦੀ ਅਲੱਗ ਕਮੇਟੀ ਬਣ ਗਈ। ਦਿੱਲੀ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੀ ਹੈ ਹੀ ਆ ਅਲੱਗ, ਉਹ ਤਾਂ ਪਹਿਲੇ 70-71 ਤੋਂ ਜਦੋਂ ਤੋਂ ਇਹ ਪਹਿਲਾਂ ਅਲੱਗ ਹੀ ਬਣੀ। ਤੇ ਵੱਖ-ਵੱਖ ਸੂਬੇ ਵੀ ਹੁਣ ਜਿਵੇਂ ਰਾਜਸਥਾਨ ਵਾਲੇ ਆਪਣੀ ਬਣਾਉਣ ਨੂੰ ਕਹਿੰਦੇ ਨੇ, ਤੇ ਬਾਕੀ ਹੋਰ ਵੀ ਸਾਡਾ ਵੀ ਦਖਲ ਹੋਣਾ ਚਾਹੀਦਾ ਕੁਛ ਨਾ ਕੁਛ। ਤਾਂ ਫਿਰ ਜਿਹੜੇ ਗੁਰਦੁਆਰਾ ਮੈਨੇਜਮੈਂਟਾਂ ਦੀ ਇੱਕ ਤਾਂ ਗੱਲ ਹੈ, ਇੱਕ SGPC ਦਾ ਦਾਇਰਾ ਆਪਣਾ ਰਹਿ ਗਿਆ। ਹੁਣ ਪੰਜਾਬ, ਚੰਡੀਗੜ੍ਹ ਤੇ ਹਿਮਾਚਲ ਦਾ ਜੋ ਵੀ ਮਤਲਬ ਜਿਹੜੀ ਹੁਣ ਜੇ ਚੋਣ ਜਿਹੜੀ ਹੋ ਰਹੀ ਹੈ, ਤਾਂ ਬਦਲਦੇ ਹੋਏ ਦ੍ਰਿਸ਼ ਦੇ ਵਿੱਚ ਤਾਂ ਕੀ ਇਹ ਸਾਰੀਆਂ ਫਿਰ ਚੁਣਨ ਦਾ ਰਾਈਟ ਜਿਹੜਾ SGPC ਨੂੰ ਹੈ ਜਾਂ ਨਾਮਜ਼ਦ ਕਰਨ ਦਾ, ਤਾਂ ਇਹ ਵੀ ਤਾਂ ਬਦਲਣ ਦੀ ਡਿਮਾਂਡ ਕਰਦੇ ਹੀ ਹੈ ਬਦਲੇ ਹੋਏ ਹਾਲਾਤ ਦੇ ਮੁਤਾਬਕ, ਜਿੱਥੇ ਸਾਰੇ ਲੋਕਾਂ ਦੀ ਕੋਈ ਵਿਲ, ਇੱਛਾ ਜਾਂ ਉਹਨਾਂ ਦੀ ਉਹ ਹੁੰਦੀ ਹੋਵੇ। ਤੇ ਇੱਕ ਟਰਮ ਬਾਰ-ਬਾਰ ਯੂਜ਼ ਕੀਤੀ ਜਾਂਦੀ ਹੈ, ਇਹਦੇ ਲਈ ਕਿੰਨਾ ਕਾਰਗਰ ਹੈ? ਮੈਂ ਤਾਂ ਓਫੀਸ਼ੀਅਲੀ ਉਵੇਂ ਨਹੀਂ ਕਾਫੀ ਲੰਬੇ ਸਮੇਂ ਤੋਂ ਦੇਖਿਆ ਕਿ ਸਰਬੱਤ ਖਾਲਸਾ ਇਹਨਾਂ ਲਈ ਇੱਕ ਕੋਈ ਕਾਰਗਰ ਮੰਚ ਹੁੰਦਾ ਹੈ ਜਿਹਦੇ ਰਾਹੀਂ ਕਿ ਤੁਸੀਂ ਇਹ ਚੀਜ਼ਾਂ ਕਰ ਸਕਦੇ ਹੋ। ਤੇ ਮਾਡਰਨ ਸਮੇਂ 'ਚ ਕੋਈ ਬੁਲਾਇਆ ਗਿਆ ਸਰਬੱਤ ਖਾਲਸਾ ਕਿਹਨੂੰ ਤੁਸੀਂ ਸਮਝਦੇ ਹੋ ਕਿ ਕਦੋਂ ਅਸਲ 'ਚ ਸਰਬੱਤ ਖਾਲਸਾ ਹੋਇਆ, ਤੇ ਕਦੋਂ ਕਿਹੜੀਆਂ ਚੀਜ਼ਾਂ ਨੂੰ ਮਾਨਤਾ ਦਿੱਤੀ ਜਾਂਦੀ ਹੈ, ਉਸ ਰੂਪ ਦੇ ਵਿੱਚ ਅੱਗੇ ਕਰਨ ਦੀ ਜ਼ਰੂਰਤ ਹੈ? ਇਹੋ ਜਿਹਾ ਕਿਹੜਾ ਕੋਈ ਪ੍ਰੈਕਟੀਕਲ ਤੁਹਾਡੇ ਸਾਹਮਣੇ ਕੋਈ ਦਿਖਾਈ ਦਿੰਦਾ, ਕੋਈ ਸਮੇਂ ਦਾ ਦੌਰ ਜਦੋਂ ਇਸ ਟਾਈਪ ਦੀ ਗੱਲ ਹੁੰਦੀ ਸੀ ਤੇ ਅੱਗੇ ਫਿਰ ਉਹਨੂੰ ਫੋਲੋ ਕਰਨਾ ਚਾਹੀਦਾ? ਸਰਦਾਰ ਹਮੀਰ ਸਿੰਘ ਜੀ, ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਅੱਜ ਜੇ ਫਰਜ਼ ਕਰੋ ਅਸੀਂ ਕਹੀਏ ਕਿ ਜੀ ਜਿਹੜੀ ਐਜੂਕੇਸ਼ਨ ਡਿਪਾਰਟਮੈਂਟ ਹੈ ਜਾਂ ਐਜੂਕੇਸ਼ਨ ਦਾ ਜਿਹੜੀ ਫੀਲਡ ਹੈ, ਉਹਦੇ ਵਿੱਚ ਕਿਹੜੇ ਪ੍ਰੋਮੀਨੈਂਟ ਐਜੂਕੇਸ਼ਨਿਸਟ ਸਨ ਕਿ ਆਪਾਂ ਸਾਰੇ ਜਾਣਦੇ ਹਾਂ। ਇਸ ਤਰ੍ਹਾਂ ਜੇ ਆਪਾਂ ਕਹੀਏ ਵੀ ਸਿੱਖਾਂ ਦੇ ਵਿੱਚ ਕਿਹੜੀ ਪ੍ਰੋਮੀਨੈਂਟ ਇੰਸਟੀਟਿਊਸ਼ਨ ਸਨਗੀਆਂ ਜਾਂ ਲੋਕ ਹਨਗੇ ਜਿਨ੍ਹਾਂ ਦਾ ਕਿ ਕੋਈ ਸਿੱਖ ਪੰਥ ਦੇ ਨਾਲ ਸਰੋਕਾਰ ਰਿਹਾ ਹੈ, ਜਿਨ੍ਹਾਂ ਦੀ ਗੱਲ ਲੋਕਾਂ ਨੇ ਸੁਣੀ ਹੈ ਜਾਂ ਸੁਣਦੇ ਨੇ, ਜਾਂ ਜਿਨ੍ਹਾਂ ਦੀ ਗੱਲ ਦੇ ਉੱਤੇ ਤਵੱਜੋ ਦੇਣ ਦੀ ਜ਼ਰੂਰਤ ਹੁੰਦੀ ਹੈ, ਜਾਂ ਜਿਨ੍ਹਾਂ ਨੇ ਵਿਆਖਿਆ ਕੀਤੀ ਹੈ ਸਿੱਖ ਪੰਥ ਦੇ ਸਰੋਕਾਰਾਂ ਦੀ।
ਤਾਂ ਆਪਾਂ ਨੂੰ ਉਹ ਬੰਦੇ ਮਿਲ ਜਾਣਗੇ 100, 50, 200, 400 ਜਿਹੜੇ ਕਿ ਸਿੱਖ ਪੰਥ ਨੂੰ ਡਾਇਰੈਕਸ਼ਨ ਦੇਣ ਦੇ ਕਾਬਿਲ ਹੋਣਗੇ। ਇਸ ਦੇ ਵਾਸਤੇ ਇੱਕ ਡੈਡੀਕੇਟਿਡ ਟੀਮ ਚਾਹੀਦੀ ਹੈ ਜਿਹੜੀ ਕਿ ਇਹਨਾਂ ਦੀ ਨਿਸ਼ਾਨਦੇਹੀ ਕਰੇ। ਤੁਸੀਂ ਬਿਲਕੁਲ ਠੀਕ ਫਰਮਾਇਆ ਹੈ ਕਿ ਜੇ ਹੁਣ ਪੰਥ ਗਲੋਬਲ ਹੋ ਗਿਆ ਤੇ ਅੱਜ ਇਸ ਵੇਲੇ ਕਮ ਸੇ ਕਮ 60 ਮੁਲਕਾਂ ਦੇ ਵਿੱਚ ਖਾਲਸਾ ਪੰਥ ਬੈਠਾ ਹੈ, ਤਾਂ ਇੱਕ ਸ਼੍ਰੋਮਣੀ ਕਮੇਟੀ ਕਿਸੇ ਇੱਕ ਬੰਦੇ ਨੇ ਟਿਕਟਾਂ ਦਿੱਤੀਆਂ ਨੇ ਸ਼੍ਰੋਮਣੀ ਕਮੇਟੀ ਦੇ ਸਾਰੇ ਮੈਂਬਰਾਂ ਨੂੰ, ਔਰ ਉਸ ਦੀ ਮਰਜ਼ੀ ਦੇ ਅਨੁਸਾਰ ਉਹ ਚੱਲ ਰਹੇ ਨੇ, ਤਾਂ ਉਹ ਖਾਲਸਾ ਪੰਥ ਦੀ ਨੁਮਾਇੰਦਾ ਕਮੇਟੀ ਨਹੀਂ ਰਹੀ। ਇਸੇ ਤਰ੍ਹਾਂ ਹੀ ਅਕਾਲੀ ਦਲ ਹੈ, ਅਕਾਲੀ ਦਲ ਦੇ ਵਿੱਚ ਜੇ ਸਾਰੀਆਂ ਸੰਸਥਾਵਾਂ ਨੋਮੀਨੇਟਡ ਹੋਣਗੀਆਂ ਤੇ ਸਾਰੇ ਦੇ ਸਾਰੇ ਮਸਲੇ ਇਹਨਾਂ ਨੇ ਅਖੀਰ ਦੇ ਉੱਤੇ ਕਹਿ ਦੇਣਾ ਕਿ ਜੀ ਪ੍ਰਧਾਨ ਦੀ ਮਰਜ਼ੀ ਦੇ ਉੱਤੇ ਛੱਡੇ, ਤਾਂ ਫਿਰ ਉਸ ਦੇ ਵਿੱਚ ਕੋਈ ਇਹ ਸਿਆਸੀ ਸਿੱਖ ਸੰਸਥਾ ਦਾ ਤੁਹਾਨੂੰ ਖੁਸ਼ਬੂ ਵੀ ਨਹੀਂ ਆ ਸਕਦੀ। ਸੋ ਇਸੇ ਤਰ੍ਹਾਂ ਹੀ ਸਾਰਾ ਕੁਝ ਜਿਹੜਾ ਸਾਡਾ ਗੰਦਲਾ ਹੋਇਆ ਪਿਆ ਸਿਰਫ ਸਿਆਸਤ ਕਰਨ ਦੇ ਇਹਨਾਂ ਦੇ ਮਕਸਦ ਦੇ ਨਾਲ, ਕਿ ਇਹਨਾਂ ਲੋਕਾਂ ਨੇ ਕਿਹਾ ਕਿ ਅਸੀਂ ਸਿਆਸਤ ਦੇ ਆਪਣੇ ਕਾਬੂ ਕਰਕੇ ਤੇ ਫਿਰ ਅਸੀਂ ਆਪਣਾ ਪਰਿਵਾਰ ਦਾ ਜਿਹੜਾ ਭਲਾ ਕਰਨਾ ਚਾਹੁੰਦੇ ਆ। ਇਸ ਦੇ ਨਾਲ ਜਿਹੜਾ ਕੁਝ ਗੰਦਲਾ ਹੋਇਆ ਉਸ ਨੂੰ ਸੁਧਾਰਨਾ ਪਏਗਾ। ਮੈਂ ਇੱਕ ਦਲ ਦੇ ਵਿੱਚ ਕੁਝ ਦੇਰ ਕੰਮ ਕੀਤਾ ਸੀਗਾ ਤੇ ਉੱਥੇ ਇੱਕ ਦਿਨ ਕਹਿਣ ਲੱਗੇ ਕਿ ਇੱਕ ਮੀਟਿੰਗ ਬੁਲਾਈ ਗਈ ਮੋਗੇ ਦੇ ਵਿੱਚ, 65 ਮੈਂਬਰ ਸੀ ਵਰਕਿੰਗ ਕਮੇਟੀ ਦੇ, ਦੂਰ ਤੋਂ ਆਏ, ਔਰ ਜਿਸ ਵੇਲੇ ਉਹ ਮੀਟਿੰਗ ਸ਼ੁਰੂ ਹੋਣ ਲੱਗੀ ਤਾਂ ਆਫਿਸ ਸਕੱਤਰ ਸਾਹਿਬ ਖੜੇ ਹੋਏ ਤੇ ਕਹਿੰਦੇ ਜੀ ਮੈਂ ਪ੍ਰਧਾਨ ਦੇ ਨਾਲ ਸਲਾਹ ਕਰਕੇ ਤੇ 15 ਕੇ 17 ਮਤੇ ਲਿਖ ਲਏ ਨੇ, ਮੈਂ ਇਹਨਾਂ ਨੂੰ ਪੜ੍ਹ ਦਿਆਂਗਾ, ਤੁਸੀਂ ਜਕਾਰਾ ਛੱਡ ਦਿਓ। ਤੇ ਮੈਂ ਕਿਹਾ ਜੀ ਮੈਂ ਗੱਲ ਕਰ ਸਕਦਾ? ਕਹਿੰਦੇ ਹਾਂ ਜੀ। ਮੈਂ ਕਿਹਾ ਜੀ ਐਂ ਕਰੋ, ਤੁਸੀਂ ਜਕਾਰਾ ਹੀ ਵਿੱਚ ਲਿਖ ਲਓ, ਤੁਹਾਨੂੰ ਕੀ ਪਤਾ ਵੀ ਅਸੀਂ ਛੱਡੀਏ ਕਿ ਨਾ ਛੱਡੀਏ, ਫਿਰ ਤੁਸੀਂ ਖਫਾ ਹੋਣਾ। ਤਾਂ ਕਹਿੰਦੇ ਜੀ ਦੇਖੋ ਇਹ ਹਰ ਗੱਲ ਦੇ ਉੱਤੇ ਮਖੌਲ ਕਰਦੇ ਆ। ਮੈਂ ਕਿਹਾ ਮਖੌਲ ਹੈ, ਮਖੌਲ ਤੁਸੀਂ ਕਰ ਰਹੇ ਹੋ ਬਈ। ਇੱਕ ਬੰਦਾ ਸੰਤ ਸਿੰਘ ਤੇਗ ਜੰਮੂ ਕਸ਼ਮੀਰ ਤੋਂ ਚੱਲ ਕੇ ਆਇਆ, 2 ਬੰਦੇ ਧੰਨਵਾਦ ਤੋਂ ਚੱਲ ਕੇ ਆਏ ਆ, ਇੱਕ ਬੰਗਾਲ ਤੋਂ ਆਇਆ, 65 ਮੈਂਬਰ ਇੱਥੇ ਬੁਲਾਏ ਆ, ਤੁਸੀਂ ਸਾਰੇ ਅਸੀਂ ਸਵੇਰ ਦੇ ਚੱਲੇ ਹੋਏ ਆ ਤੇ ਕਿੰਨਾ ਖਰਚਾ ਤੇ ਕਿੰਨਾ ਸਾਰਾ ਕੁਝ ਕਰਕੇ ਤੇ ਜਕਾਰੇ ਛਡਾਉਣੇ ਸੀ ਤਾਂ ਤੁਸੀਂ ਟੈਲੀਫੋਨ ਤੇ ਛਡਾ ਲੈਂਦੇ। ਇਸੇ ਤਰ੍ਹਾਂ ਹੀ ਇਹਨਾਂ ਦੇ ਪੰਥ ਦੇ ਵਿੱਚ ਜਿਹੜਾ ਹੁਣ ਨਵਾਂ ਪੰਥ ਸੀਗਾ ਸਾਡਾ, ਪ੍ਰਕਾਸ਼ ਸਿੰਘ ਬਾਦਲ ਤੋਂ ਪ੍ਰਕਾਸ਼ ਹੋਇਆ ਹੈ, ਇਸ ਪੰਥ ਦੇ ਵਿੱਚ ਇਹੀ ਕੁਝ ਚੱਲਦਾ ਰਿਹਾ। ਇੱਥੇ ਖਾਲਸੇ ਦੀ ਮਰਜ਼ੀ ਦਾ ਕੋਈ ਸਵਾਲ ਨਹੀਂ, ਸਿੱਖ ਪੰਥ ਦੇ ਸਰੋਕਾਰਾਂ ਦਾ ਕੋਈ ਸਵਾਲ ਨਹੀਂ। ਸਿੱਖ ਪੰਥ ਦਾ ਜਿਹੜਾ ਅੰਤਮ ਨਿਸ਼ਾਨਾ ਹੈ ਜਿਸ ਦੇ ਉੱਤੇ ਉਸਨੇ ਚੱਲਣਾ ਹੈ ਤੇ ਜਿਸ ਦੇ ਵਾਸਤੇ ਉਹ ਐਗਜ਼ਿਸਟ ਕਰਦਾ ਹੈ, ਵਰਨਾ ਕੋਈ ਮਕਸਦ ਨਹੀਂ ਇਸ ਦੇ ਐਗਜ਼ਿਸਟ ਕਰਨ ਦਾ। ਕੀ ਲੋੜ ਹੈ? ਦੁਨੀਆ ਦੇ ਉੱਤੇ ਬਥੇਰੀਆਂ ਸੰਸਥਾਵਾਂ ਬਣੀਆਂ ਹੋਈਆਂ ਨੇ, ਉਹ ਚੱਲ ਰਹੀਆਂ ਨੇ। ਇਹ ਕੇਂਦਰ ਸੰਸਾਰ ਦੇ ਸਾਰੇ ਸੰਸਾਰ ਦੀ ਜਿਹੜੀ ਨਵੀਂ ਸਭਿਅਤਾ ਹੈ ਉਸ ਦਾ ਕੇਂਦਰ ਹੈ ਅੰਮ੍ਰਿਤਸਰ। ਤੁਸੀਂ ਉਸ ਦੇ ਬਾਰੇ ਕੁਝ ਵੀ ਨਹੀਂ ਕਰ ਰਹੇ ਤਾਂ ਫਿਰ ਤੁਹਾਡਾ ਕੀ ਹੱਕ ਬਣਦਾ ਕਿ ਤੁਸੀਂ ਇਸ ਤਰ੍ਹਾਂ ਦੇ ਕੰਮ ਕਰੋ? ਇੱਥੇ ਸਿਰਫ ਸਿਆਸੀ ਆਪਣੀ ਭੁੱਖ ਵਾਸਤੇ ਸਾਰੇ ਪੰਥ ਦੀ, ਸਾਰੇ ਸ਼ਹੀਦਾਂ ਦੀ ਸੈਂਕੜੇ ਸਦੀਆਂ ਦੀ ਤੁਸੀਂ ਇੱਕ ਮਿਹਨਤ ਹੋਈ ਨੂੰ ਤੁਸੀਂ ਉਸ ਨੂੰ ਇੱਕ ਆਪਣੀ ਸਿਰਫ ਸਿਆਸਤ ਦੇ ਵਿੱਚ ਪਲਟਾ ਲਓ। ਤਾਂ ਇਹ ਜਿਹੜਾ ਹੈਗਾ ਇਸ ਦੀ ਰੋਕਥਾਮ ਕਰਨ ਵਾਸਤੇ ਹੁਣ ਜਿਵੇਂ ਤੁਸੀਂ ਜਗਤਾਰ ਜੀ ਵੀ ਕਹਿ ਰਹੇ ਸੀ, ਤੁਸੀਂ ਵੀ ਕਹਿ ਰਹੇ ਹੋ, ਆਪਾਂ ਇਹ ਪ੍ਰਮੋਟ ਕਰਨਾ ਚਾਹੀਦਾ ਹੈ ਕਿ ਜੀ 100, 200 ਬੰਦੇ, 400 ਬੰਦੇ ਫਿਰ ਉਹ ਆਪਣੇ ਵਿੱਚੋਂ ਹੋਰ ਲੋਕਾਂ ਨੂੰ ਵੀ ਚੁਣ ਲੈਣਗੇ। ਇਸ ਇੱਕ ਰਿਪਰੈਜ਼ੈਂਟੇਟਿਵ ਬੋਡੀ, ਇਹ ਜ਼ਰੂਰੀ ਨਹੀਂ ਜੇ ਸਾਡੀ ਪਾਰਲੀਮੈਂਟ ਹੈਗੀ ਹਿੰਦੁਸਤਾਨ ਦੀ ਤਾਂ ਸਾਰੇ ਹਿੰਦੁਸਤਾਨ ਦੀ ਰਿਪਰੈਜ਼ੈਂਟੇਟਿਵ ਹੈ, ਚਾਹੇ ਉਸ 'ਚ 500 ਮੈਂਬਰ ਹੋਣਗੇ। ਜੇ ਇੱਕ ਖਾਲਸਾ ਪੰਥ ਦੀ ਰਿਪਰੈਜ਼ੈਂਟੇਟਿਵ ਬੋਡੀ ਇਸ ਤਰ੍ਹਾਂ ਦੀ ਬਣੇਗੀ 200, 400, 300 ਬੰਦਿਆਂ ਦੀ, 100 ਬੰਦਿਆਂ ਦੀ, 500 ਬੰਦਿਆਂ ਦੀ, ਤਾਂ ਉਹ ਵੀ ਸਰਬੱਤ ਖਾਲਸਾ ਹੋਏਗੀ। ਜਿਹੜਾ ਸਰਬੱਤ ਖਾਲਸਾ ਇਹ ਕਰਦੇ ਨੇ, ਹੁਣ ਪਿਛਲੇ ਸਮਿਆਂ ਦੇ ਵਿੱਚ ਤੁਸੀਂ ਪੁੱਛਿਆ ਸੀਗਾ ਵੀ ਕਿਹੜੇ 3-4 ਇਹ ਸਰਬੱਤ ਖਾਲਸੇ ਕਰ ਚੁੱਕੇ ਨੇ, ਲੇਕਿਨ ਉਸ ਦੇ ਵਿੱਚੋਂ ਸਰਬੱਤ ਖਾਲਸਾ ਦੀ ਕੋਈ ਗੱਲ ਨਹੀਂ ਸੀ। ਇੱਕ ਆਦਮੀ ਆਉਂਦਾ ਸੀਗਾ, ਉਸਨੇ ਆਪਣੀਆਂ ਰੈਜ਼ੋਲੂਸ਼ਨ ਲਿਖੀਆਂ ਹੋਈਆਂ, ਪਹਿਲਾਂ ਮਤੇ ਬਣਾ ਲੈਂਦੇ ਸਨ ਤੇ ਆ ਕੇ ਜੀ ਉੱਥੇ ਜੀ ਪੜ੍ਹਦੇ ਤੇ ਤੁਸੀਂ ਸਾਰੇ ਜਕਾਰੇ ਛੱਡ ਦਿਓ। ਇਹ ਸਾਰਾ ਕੁਝ ਹੁੰਦਾ ਰਿਹਾ ਹੁਣ ਤੱਕ। ਆ ਜਿਹੜਾ ਇੱਥੇ ਲਾਸਟ ਸਰਬੱਤ ਖਾਲਸਾ ਹੋਇਆ ਉਸ ਦੇ ਵਿੱਚ ਵੀ ਇਹੀ ਕੁਝ ਸੀ। ਤੇ ਸੋ ਇਹ ਇਸ ਤਰ੍ਹਾਂ ਨਾਲ ਨਹੀਂ ਹੈਗਾ। ਸਰਬੱਤ ਖਾਲਸਾ ਦਾ ਖਾਲਸੇ ਦੀ ਮਰਜ਼ੀ ਵਾਸਤੇ ਜਾਣਨ ਵਾਸਤੇ ਹੁੰਦਾ ਹੈ, ਔਰ ਉਸ ਸਰਬੱਤ ਖਾਲਸੇ ਦੇ ਵਿੱਚ ਸਿੱਖ ਧਰਮ ਦੇ ਸਰੋਕਾਰ ਔਰ ਸਿੱਖੀ ਨੂੰ ਕਿਸ ਵਾਸਤੇ ਗੁਰੂ ਸਾਹਿਬ ਨੇ ਪ੍ਰਚਾਰਿਆ ਸੀ। ਤਤੀਆਂ ਦੇਗਾਂ ਦੇ ਉੱਤੇ ਬੈਠੇ ਸੀਗੇ, ਤਵੀਆਂ ਦੇ ਉੱਤੇ ਬੈਠੇ ਸੀਗੇ, ਦੇਗਾਂ ਦੇ ਵਿੱਚ ਉਬਲੇ ਸੀ ਕਿਸ ਵਾਸਤੇ? ਇਸ ਵਾਸਤੇ ਵੀ ਇੱਕ ਫਲਾਨਾ ਆਦਮੀ ਮੁੱਖ ਮੰਤਰੀ ਬਣ ਜਾਏ ਤੇ 5 ਵਾਰੀ ਬਣ ਜਾਏ, 7 ਵਾਰੀ ਬਣ ਜਾਏ, 9 ਵਾਰੀ ਬਣ ਜਾਏ, ਇਹ ਨਹੀਂ ਹੈ ਸਰੋਕਾਰ ਸਾਡੇ। ਤਾਂ ਇਹ ਸਾਨੂੰ ਸਾਡੇ ਜਿਹੜੇ ਸਿਆਣੇ ਲੋਕ ਹਨਗੇ
ਉਹਨਾਂ ਨੂੰ ਕਿਸੇ ਨਾ ਕਿਸ ਤਰ੍ਹਾਂ ਦੀ ਇਹ ਇੱਕ ਬਣਾ ਕੇ ਸਿਸਟਮ ਤੇ ਉਸ ਨੂੰ ਇਹ ਵਿਚਾਰਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਨਾਲ ਅਗਾਂਹ ਨੂੰ ਪੰਥ ਦੇ ਮਸਲਿਆਂ ਨੂੰ ਅੱਗੇ ਦੁਨੀਆ ਦੇ ਅੱਗੇ ਪ੍ਰਗਟ ਕਰਨਾ ਤੇ ਕਿਸ ਤਰ੍ਹਾਂ ਨਾਲ ਇਹਨਾਂ ਦੀ ਪੈਰਵਾਈ ਕਰਨੀ ਹੈ। ਮੈਂ ਥੋੜਾ ਜਿਹਾ ਨਾਲ ਸਰਦਾਰ ਜਗਤਾਰ ਸਿੰਘ ਜੀ, ਮੈਂ ਸਵਾਲ ਹੀ ਵਿੱਚ ਪਾ ਉਹਦੇ ਨਾਲ ਹੀ ਕਰਦੇ ਤੁਸੀਂ। ਸਵਾਲ ਇਹ ਹੈ, ਜਿਵੇਂ ਸਰਦਾਰ ਗੁਰਤੇਜ ਸਿੰਘ ਜੀ ਕਹਿੰਦੇ ਨੇ, ਪਹਿਲਾਂ ਵੀ ਬਹੁਤ ਲੋਕ ਐਵੇਂ ਕਹਿੰਦੇ ਰਹੇ ਨੇ ਕਿ ਬਾਦਲਾਂ ਨੇ ਜਾਂ ਜਦੋਂ ਤੋਂ ਡੋਮੀਨੇਟ ਕੀਤਾ ਉਦੋਂ ਤੋਂ ਇਹ ਸਾਰਾ ਹੋਇਆ। ਐਂਟੀ ਬਾਦਲ ਬਹੁਤ ਫਰੰਟ ਵੀ ਬਣੇ, ਪੰਥਕ ਜਥੇਬੰਦੀਆਂ ਵੀ ਬਣੀਆਂ, ਬਹੁਤ ਹੋਰ ਲੋਕ ਵੀ ਜਿਹੜੇ ਇਨਵੋਲਵ ਹੋਏ। ਪਰ ਇਹ ਕੀ ਕਾਰਨ ਹੈ ਕਿ ਅਜੇ ਤੱਕ ਜਿੰਨਾ ਕੁ ਮੈਸੇਜ ਹੈ ਪੰਥਕ ਜਿਹੜੇ ਜਨਤਕ ਸਪੋਰਟ ਹੈ ਜਿਹੜੀ ਪੰਥ ਦੀ ਸਾਈਡ ਤੇ ਹੋਈ, ਉਹ ਉਹੀ ਮੇਨ ਸਟ੍ਰੀਮ ਅਕਾਲੀ ਦਲ ਦੇ ਤੌਰ ਤੇ ਰਿਹਾ, ਉਹੀ ਐਸਜੀਪੀਸੀ ਜਿੱਤਦੇ ਰਹੇ, ਉਹੀ ਸਾਰੇ ਪਾਸੇ ਅਜੇ ਵੀ ਡੋਮੀਨੇਟ ਕਰਦੇ ਰਹੇ ਨੇ। ਉਹਦੇ ਪਿੱਛੇ ਕੀ ਰੀਜਨ ਹੈ? ਕੋਈ ਬਾਕੀ ਧਿਰ ਉੱਡੇ ਵੱਡੇ ਲੈਵਲ ਤੇ ਕੱਦ ਦੀ ਬਲ ਕਿਉਂ ਨਹੀਂ ਪਾ ਰਹੀ? ਹਾਂ, ਮੈਂ ਇਹ ਬਹੁਤ ਇੰਟਰਸਟਿੰਗ ਕੁਐਸਚਨ ਹੈ ਤੇ ਇਹ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰ ਸਕਦੇ। ਲਾਸਟ ਐਫਰਟ ਜਿਹੜੀ ਹੁੰਦੀ ਹੈ ਉਹ 1994 ਦੇ ਵਿੱਚ ਹੁੰਦੀ ਹੈ, ਜਦੋਂ ਮਾਈਨਸ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਬਾਕੀ ਸਾਰੇ ਗਰੁੱਪ ਇਕੱਠੇ ਹੋ ਗਏ ਸੀਗੇ ਤੇ ਉਹਦੀ ਆਊਟਕਮ ਸੀ ਇੱਕ ਏਜੰਡਾ ਜਿਹਨੂੰ ਅੰਮ੍ਰਿਤਸਰ ਡੈਕਲੇਰੇਸ਼ਨ ਦਾ ਨਾਂ ਦਿੱਤਾ ਗਿਆ ਸੀ। ਉਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਸਰਦਾਰ ਸਰਬਜੀਤ ਸਿੰਘ ਮਾਨ, ਗੁਰਚਰਨ ਸਿੰਘ ਟੌੜਾ ਸਾਰੇ ਹੀ ਸੀ। ਕੀ ਕਾਰਨ ਸੀ ਕਿ ਉਹ ਪਾਰਟੀ ਚੱਲ ਹੀ ਨਹੀਂ ਸਕੀ? ਇੱਥੇ ਕੁਐਸਚਨ ਮਾਰਕ ਹੈ। ਤੇ ਉਸ ਤੋਂ ਬਾਅਦ ਕੁਝ ਦਿਨਾਂ ਬਾਅਦ ਜਦੋਂ ਅਜਨਾਲਾ ਬਾਈ ਇਲੈਕਸ਼ਨ ਆਈ ਤੇ ਬਾਦਲ ਸਾਹਿਬ ਜਿੱਤ ਗਏ ਸੀਗੇ। ਉਸ ਤੋਂ ਬਾਅਦ ਦੂਜੀ ਬਾਈ ਇਲੈਕਸ਼ਨ ਜਿੱਤੀ ਉਹਨਾਂ ਨੇ ਗਿੱਦੜਬਾਹਾ, ਨਾਲ ਹੀ ਪਾਰਟੀ ਰਿਵਾਈਵ ਹੋ ਗਈ ਤੇ ਬਾਕੀ ਜਿਹੜਾ ਇੰਨੇ ਲੀਡਰ ਇਕੱਠੇ ਹੋਏ ਸੀਗੇ ਫੇਲ ਹੋ ਗਏ। ਉਹਦਾ ਕਾਰਨ ਸੀ ਇੱਕ, ਪੰਥ ਨੇ ਬੜੇ ਚਿਰ ਤੋਂ, ਮੈਨੂੰ ਕਹਿਣਾ ਪੈਂਦਾ ਅਲਟੀਮੇਟਲੀ, ਗੁਰਤੇਜ ਜੀ ਤਾਂ ਉਹਨਾਂ ਦੇ ਨਾਲ ਰਹੇ ਕਿਸੇ ਵੇਲੇ, ਪਰ ਪੰਥ ਨੇ ਸਟੇਕ ਲਾਈ ਸਾਰੀ ਇੱਕ ਬੰਦੇ ਤੇ, ਉਹਦਾ ਨਾਂ ਸੀ ਸਰਦਾਰ ਸਿਮਰਨਜੀਤ ਸਿੰਘ ਮਾਨ। 1989 ਦੇ ਵਿੱਚ ਉਹਨਾਂ ਦੀ ਕਪੈਸਿਟੀ ਨਹੀਂ ਸੀਗੀ। ਪੰਥ ਨੇ ਹੁਣੇ ਪਿੱਛੇ ਫਿਰ ਜਿਤਾਇਆ ਉਹਨਾਂ ਨੂੰ ਸੰਗਰੂਰ ਦੇ ਵਿੱਚ। ਗੱਲ ਤਾਂ ਉੱਥੇ ਖੜੀ ਹੈ, ਕੋਈ ਫਰਕ ਹੀ ਨਹੀਂ। ਜਦ ਤੱਕ ਤੁਹਾਡਾ ਇੰਜਣ ਠੀਕ ਨਹੀਂਗਾ, ਗੱਡੀ ਨਹੀਂ ਚੱਲਦੀ। ਉਹ ਰੌਲਾ ਉਸ ਵੇਲੇ ਇੰਜਣ ਦਾ ਸੀ। ਦੂਜੇ ਪਾਸੇ ਇੰਜਣ ਠੀਕ ਸੀਗਾ ਤੇ ਬਾਦਲ ਸਾਹਿਬ ਦੀ ਪਕੜ ਸੀ ਪਲਸ ਤੇ ਵੀ ਇਸ ਵੇਲੇ ਮੂਡ ਹਿੰਦੁਸਤਾਨ ਆਪਣੇ ਪੰਜਾਬ ਦਾ ਕੀ ਹੈ। ਉਹ ਉਸ ਮੂਡ ਨੂੰ ਲੈ ਕੇ ਅੱਗੇ ਵੱਧ ਗਏ ਤੇ ਇਲੈਕਸ਼ਨ ਜਿੱਤ ਗਏ। ਇਹ ਤਾਂ ਆਪਣੀਆਂ ਗਲਤੀਆਂ ਦੇ ਨਾਲ ਮਰੇ, ਕਿਸੇ ਨੇ ਨਹੀਂ ਇਹਨਾਂ ਦਾ ਨੁਕਸਾਨ ਕੀਤਾ, ਇਹਨਾਂ ਨੂੰ ਵਧਣ ਤੋਂ ਅੱਗੇ ਰੋਕਿਆ। ਇਹਨਾਂ ਦੀ ਕਪੈਸਿਟੀ ਨਹੀਂ ਸੀਗੀ। ਇਹ ਵਾਰ-ਵਾਰ ਇਹ ਫੈਨਾਮਨਾ ਵਾਪਰਿਆ। ਐਸਜੀਪੀਸੀ ਇਲੈਕਸ਼ਨ 96 ਆਈ ਹੈ, ਉਦੋਂ ਤੱਕ ਸਰਦਾਰ ਜਥੇਦਾਰ ਗੁਰਚਰਨ ਸਿੰਘ ਟੌੜਾ ਵੀ ਬਾਦਲ ਸਾਹਿਬ ਦੇ ਨਾਲ ਸੀ, ਸਾਰੇ ਇਕੱਠੇ ਰਹੇ। ਸੋ ਇਸ ਕਰਕੇ ਜਿੱਦੇ ਰਹੇ। 79 ਦੇ ਵਿੱਚ ਉਸ ਤੋਂ ਪਹਿਲਾਂ ਇਲੈਕਸ਼ਨ ਹੋਈ ਸੀਗੀ, ਉਹ ਤਾਂ ਸੀ ਪਾਰਟੀ ਕੱਟੀ, ਉਹ ਤਾਂ ਬਾਦਲ ਸਾਹਿਬ ਦਾ ਓਡਾ ਵੱਡਾ ਰੁਤਬਾ ਹੀ ਨਹੀਂ ਸੀ ਜਿੰਨਾ 96 ਤੋਂ ਬਾਅਦ ਆ ਕੇ ਬਣਦਾ ਹੈ। ਸੋ ਉਹ ਪੋਸੀਬਲ ਨਹੀਂਗਾ ਬਿਨਾਂ ਲੀਡਰਸ਼ਿਪ ਤੋਂ, ਚੰਗੇ ਲੀਡਰ ਤੋਂ। ਬਾਦਲ ਸਾਹਿਬ ਆਲ ਸੈਡ ਐਂਡ ਡਨ, ਜੋ ਮਰਜ਼ੀ ਅਸੀਂ ਉਹਨਾਂ ਦੀ ਕ੍ਰਿਟਿਸਾਈਜ਼ ਕਰ ਲਈਏ, ਇੱਕ ਉਹਨਾਂ ਦਾ ਬਹੁਤ ਵੱਡਾ ਕੱਦ ਸੀਗਾ। ਲੋਕਾਂ ਨੂੰ ਉਹਦਾ ਹੌਲੀ ਹੌਲੀ ਪਤਾ ਲੱਗਦਾ ਨਾ ਵੀ ਹੋਇਆ ਕੀ ਹੈ। ਲੇਕਿਨ ਸਰਦਾਰ ਗੁਰਤੇਜ ਸਿੰਘ ਤਾਂ ਗਵਾਹ ਸਾਹਮਣੇ ਦੇਖਦੇ ਰਹੇ, ਇਹਦਾ ਪੜੋਸੀ ਵੀ ਹੈ ਪਿੰਡਾਂ ਦੇ। ਉਹ ਇਹ ਫੈਨਾਮਨਾ ਆਪਣੇ ਆਪ ਸਟੱਡੀ ਕਰਨ ਵਾਲਾ ਵੀ ਉਦੋਂ ਹੋਇਆ ਕੀ ਸੀ। ਮੈਂ ਇਨ ਬਰੀਫ ਇਹ ਤੁਹਾਨੂੰ ਸਮਝਾਇਆ। ਗੱਲ ਸਰਬੱਤ ਖਾਲਸਾ ਦੀ ਕਰ ਰਹੇ ਸੀਗੇ। ਸ਼੍ਰੋਮਣੀ ਕਮੇਟੀ ਜਦੋਂ ਬਣੀ ਹੈ, ਇਹ ਆਪਣੇ ਆਪ ਦੇ ਵਿੱਚ ਸਰਬੱਤ ਖਾਲਸਾ ਦਾ ਰੂਪ ਸੀ। ਜਦੋਂ ਪਾਵਰ ਪੋਲਿਟਿਕਸ ਨੇ ਇਸ ਸੰਸਥਾ ਨੂੰ ਤਬਾਹੀ ਦੇ ਕਿਨਾਰੇ ਲਿਆ ਖੜੀ ਕੀਤਾ, ਉਸ ਤੋਂ ਬਾਅਦ ਇਸ ਤੇ ਕੁਐਸਚਨ ਮਾਰਕ ਲੱਗਣੇ ਸ਼ੁਰੂ ਹੋ ਗਏ। ਇਸੇ ਕਰਕੇ ਜਿਹੜੀ ਮੈਂ ਪਹਿਲਾਂ ਐਗਜ਼ਾਮਪਲ ਦਿੱਤੀ ਹੈ, ਭਾਈ ਕਾਹਨ ਸਿੰਘ ਨਾਭਾ ਵਰਗੇ ਲੋਕਾਂ ਨੇ ਜਿਹੜੇ ਇਹਦੇ ਨੋਮੀਨੇਟਡ ਮੈਂਬਰ ਰਹੇ, ਤੇ ਇਹਨੂੰ ਆਲ ਇੰਡੀਆ ਦਾ ਇੱਕ ਰੂਪ ਦਿੱਤਾ ਗਿਆ ਸੀ ਵੀ 15 ਨੋਮੀਨੇਟ ਹੋਣਗੇ। ਉਹ ਤਾਂ ਪੰਜਾਬ ਬਹੁਤ ਵੱਡਾ ਸੀਗਾ ਵੀ ਮੇਨ ਇੱਥੇ ਬਾਡੀ ਹੋਏਗੀ ਤੇ ਬਾਕੀ ਹਿੰਦੁਸਤਾਨ ਦੇ ਸੰਸਥਾਵਾਂ ਚੋਂ 15 ਇਹ ਨੋਮੀਨੇਸ਼ਨ ਦੇ ਦਿਆਂਗੇ। ਸੋ ਇਹ ਸਰਬੱਤ ਖਾਲਸਾ ਦਾ ਇੱਕ ਰੂਪ ਸੀ। ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਗੁਰਤੇਜ ਜੀ ਠੀਕ ਕਹਿ ਰਹੇ ਹੈ, ਸਿਰਫ ਨੁਮਾਇੰਦਾ ਜਥੇਬੰਦੀਆਂ ਸਾਨੂੰ ਪਤਾ ਕਿਹੜੀਆਂ, ਸਭ ਨੂੰ ਪਤਾ ਹੈ। ਉਹਨਾਂ ਦੇ ਨੁਮਾਇੰਦੇ ਇਕੱਠੇ ਹੋਣ, ਬੈਠ ਕੇ ਸਲਾਹ ਮਸ਼ਵਰਾ ਕਰਨ। ਗੁਰਤੇਜ ਜੀ 95 ਦੇ ਵਿੱਚ ਵੀ ਪ੍ਰਪੋਜ਼ਲ ਆਈ ਸੀ 101 ਮੈਂਬਰ ਕਮੇਟੀ ਬਣਾਈ ਜਾਵੇ, ਉਹ ਗੱਲ ਸਿਰੇ ਨਹੀਂ ਸੀ ਚੜੀ। ਸੋ ਹੁਣ ਵੀ ਇਹ ਲੋੜ ਹੈ ਇੱਕ ਪਰਮਾਨੈਂਟ ਐਡਵਾਈਜ਼ਰੀ ਕਮੇਟੀ ਟੂ ਅਕਾਲ ਤਖਤ, ਜਿਹੜਾ ਫੰਕਸ਼ਨਲ ਸਰਬੱਤ ਖਾਲਸਾ ਇਨ ਕੰਟੀਨਿਊਏਸ਼ਨ ਰਵੇ। ਉਹ ਫੈਸਲੇ ਰਿਕਮੈਂਡ ਕਰੇ
ਕਿ ਆਹ ਇਸ਼ੂਸ ਪੰਥ ਦੇ ਹੈਗੇ ਆ, ਖੁੱਲ੍ਹੇ ਵਿਚਾਰ ਹੋਵੇ, ਔਰ ਸਿਆਸੀ ਦਖਲ ਕੋਈ ਨਾ ਹੋਵੇ, ਤੇ ਉਹਦੇ ਫੈਸਲੇ ਲੈ ਕੇ ਅਕਾਲ ਤਖਤ ਤੋਂ ਉਹਨਾਂ ਦੇ ਅਨਾਉਂਸਮੈਂਟ ਥਰੂ ਜਥੇਦਾਰ ਅਕਾਲ ਤਖਤ ਹੋਵੇ। ਹੋਰ ਇਹਦਾ ਕੋਈ ਇਲਾਜ ਨਹੀਂ ਹੈ ਇਸ ਵੇਲੇ, ਜਿੱਥੇ ਇਹ ਗਲੋਬਲ ਹੈ, ਪੰਥ ਸਾਰੀ ਦੁਨੀਆ 'ਚ ਫੈਲਿਆ ਹੋਇਆ ਹੈ। ਇਹ ਹੁਣ ਸਿਰਫ ਸ਼੍ਰੋਮਣੀ ਕਮੇਟੀ ਉਸ ਪੰਥ ਦੀ ਨੁਮਾਇੰਦਗੀ ਨਹੀਂ ਕਰਦੀ। ਸੋ ਇੱਕ ਨਵਾਂ ਸਿਸਟਮ ਅਡਾਪਟ ਕਰਨਾ ਪਏਗਾ। ਲੇਕਿਨ ਇਹ ਨਾਲ ਸੱਚਾਈ ਹੈ ਕਿ SGPC ਕਿਉਂਕਿ ਸਿੱਧੀ ਹੀ ਚੁਣੀ ਜਾਂਦੀ ਹੈ, ਇਹ ਆਪਣੇ ਆਪ ਦੇ ਵਿੱਚ ਸੰਗਤ ਦੀ ਨੁਮਾਇੰਦਗੀ ਕਰਦੀ ਹੈ। ਇਹ ਦਾਇਰਾ ਘਟ ਗਿਆ, ਇਹਦਾ ਸਿਰਫ ਫਰਕ ਇੱਕ ਹੈ, ਪ੍ਰੋਸੀਜਰ ਠੀਕ ਹੈ, 1 ਵੋਟ, ਇਸ ਤੋਂ ਵਧੀਆ ਨੁਮਾਇੰਦਗੀ ਹੋਰ ਕੋਈ ਨਹੀਂ ਹੋ ਸਕਦੀ। ਇਹਦੀ ਅਸਿਸਟੈਂਟ ਵਾਸਤੇ ਤੁਸੀਂ 101 ਮੈਂਬਰ ਕਮੇਟੀ ਬਣਾ ਸਕਦੇ। ਸਰਦਾਰ ਗੁਰਤੇਜ ਸਿੰਘ ਜੀ, ਉਹੀ ਸਵਾਲ ਮੈਂ ਤੁਹਾਡੇ ਕੋਲ ਲਿਆਉਣਾ ਕਿ ਜਿਹੜਾ ਮਤਲਬ ਬਹੁਤ ਸਾਰੇ ਲੋਕ ਜਿਹੜੇ ਨੇ ਵਿਰੋਧੀ ਤਾਂ ਹੈ ਨੇ, ਬੜੇ ਲੰਮੇ ਸਮੇਂ ਤੋਂ ਹੀ ਵਿਰੋਧੀ ਨੇ, ਡਿਫਰੈਂਟ ਗਰੁੱਪ ਵੀ ਬਣੇ ਬੜੇ ਵਾਰ, ਔਰ ਬੜੇ ਵਾਰ ਇੱਕ ਏਜੰਡਾ ਵੀ ਦਿੱਤਾ, ਸ਼੍ਰੋਮਣੀ ਕਮੇਟੀ ਚੋਣਾਂ ਵੀ ਲੜੀਆਂ ਕਾਫੀ ਗਰੁੱਪਾਂ ਨੇ ਵੱਖ-ਵੱਖ ਸਮੇਂ ਦੇ ਉੱਤੇ, ਤੇ ਪੋਲੀਟੀਕਲ ਵੀ। ਪਰ ਜਦੋਂ ਇੱਕ ਵਾਇਦੇ ਓਵਰਆਲ ਆਉਂਦੀ ਹੈ ਐਕਸੈਪਟੈਂਸ, ਮਨਜ਼ੂਰੀ ਸਮਾਜ ਦੇ ਵਿੱਚ, ਪੰਥ ਦੇ ਵਿੱਚ, ਬਾਕੀ ਜਗ੍ਹਾ ਜਿਹੜੀ ਹੈ, ਔਰ ਉਹਦੇ ਚ ਐਂਟੀ ਬਾਦਰ ਸਟਾਂਸ ਹੁੰਦਾ ਜ਼ਿਆਦਾਤਰ, ਅਲਟਰਨੇਟਿਵ ਏਜੰਡਾ ਨਹੀਂ ਕਿਤੇ ਦੇਖਿਆ ਬਹੁਤ ਜ਼ਿਆਦਾ ਕਿ ਆਹ ਅਲਟਰਨੇਟਿਵ ਏਜੰਡੇ ਤੇ ਮੂਵਮੈਂਟ ਬਣ ਰਹੀ ਹੈ, ਜਿਹੜਾ ਇਹਦੇ ਨਾਲ ਚੱਲੇ ਤਾਂ ਸਾਡੇ ਸਾਹਮਣੇ ਚੱਲੇ ਤੇ ਨਹੀਂ। ਜਿਵੇਂ ਹੁਣ ਆਲ ਇੰਡੀਆ ਸਿੱਖ ਗੁਰਦੁਆਰਾ ਐਕਟ ਦਾ ਕੁਐਸਚਨ ਸੀ, ਪਹਿਲਾਂ ਅਕਾਲੀ ਦਲ ਨੇ ਉਹਨੂੰ ਚੱਕਿਆ, ਮੁੜ ਕੇ ਉਹ ਭੁਲਾ ਦਿੱਤਾ ਗਿਆ ਵੀ ਨਹੀਂ ਇਹ ਨਹੀਂ, ਕਿਉਂਕਿ ਲੋਕਲ ਪੋਲਿਟਿਕਸ ਨੂੰ ਸ਼ਾਇਦ ਉਹ ਸ਼ੂਟ ਨਹੀਂ ਕੀਤਾ, ਜਿਵੇਂ ਵੀ ਮਰਜ਼ੀ ਉਹ ਸਾਡੇ ਸਾਹਮਣੇ ਸੀ। ਕਈ ਚੀਜ਼ਾਂ ਆਉਂਦੀਆਂ ਨੇ ਪਿੱਛੇ ਹਟ ਜਾਂਦੀਆਂ ਨੇ, ਆਉਂਦੀਆਂ ਨੇ ਪਿੱਛੇ ਹਟ ਜਾਂਦੀਆਂ ਨੇ। ਇੱਕ ਕੰਸਿਸਟੈਂਟ ਏਜੰਡਾ ਕਿ ਪੰਜਾਬ ਔਰ ਪੰਥ ਔਰ ਦੁਨੀਆ ਦੇ ਭਲੇ 'ਚ ਆਹ ਇੱਕ ਏਜੰਡਾ ਸਾਡੇ ਕੋਲ ਹੈ, ਤੇ ਇਸ ਏਜੰਡੇ ਨੂੰ ਫੋਲੋ ਕਰਨਾ ਚਾਹੀਦਾ ਹਰ ਫੀਲਡ ਦੇ ਵਿੱਚ। ਉਹ ਕਦੇ ਤੁਹਾਡੇ ਨੋਟਿਸ 'ਚ ਆਇਆ ਕਿ ਕਦੇ ਬਣਿਆ ਜਾਂ ਬਣਨ ਦੇ ਵੱਲ ਕਿਤੇ ਗੱਲ ਤੁਰੀ ਤਾਂ ਉਹ ਡੋਮੀਨੇਟ ਕਰ ਜਾਂਦੇ ਨੇ, ਜਾਂ ਕੋਈ ਹੋਰ ਰੀਜਨ ਤੁਸੀਂ ਦੇਖਦੇ ਹੋ? ਹਮੀਰ ਸਿੰਘ ਜੀ, ਜਗਤਾਰ ਸਿੰਘ ਜੀ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਨੇ, ਤੇ ਤੁਹਾਡੇ ਸਵਾਲ ਵੀ ਬਿਲਕੁਲ ਵਾਜਬ ਬਣ ਗਏ। ਜਿਹੜੀ ਤਾਂ ਬਾਦਲ ਦੀ ਐਮਰਜੈਂਸੀ ਗੱਲ ਹੈ, ਉਸ ਦੇ ਵਿੱਚ ਸਰਕਮਸਟੈਂਸ਼ੀਅਲ ਜਿਹੜੇ ਇੱਕ ਪੈਰੀਫਰੀ ਦੇ ਉੱਤੇ ਜਿਹੜੇ ਲੋਕ ਸਨ ਜਿਨ੍ਹਾਂ ਨੇ ਪ੍ਰਭਾਵ ਅਸਰ ਪਾਇਆ, ਉਹਨਾਂ ਦੇ ਬਾਰੇ ਆਪਾਂ ਨੂੰ ਗੱਲ ਕਰਨੀ ਜ਼ਰੂਰੀ ਹੈ। ਇੱਕ ਸਮਾਜ ਹੈ, ਇੱਕ ਸਾਡੇ ਸਾਹਮਣੇ ਮੈਜੋਰਿਟੀ ਕਮਿਊਨਿਟੀ ਹੈ, ਜਾਂ ਜਿਹੜਾ ਕਹਿੰਦੇ ਆ ਵੀ ਜਿਹੜਾ ਬਹੁ ਗਿਣਤੀ ਦਾ ਜਿਹੜਾ ਸਮਾਜ ਹੈ, ਉਸ ਨੂੰ ਇਹ ਪ੍ਰਵਾਨ ਨਹੀਂ ਕਿ ਸਿੱਖੀ ਦਾ ਜਿਹੜੇ ਸਰੋਕਾਰ ਆਣਗੇ ਉਹਨਾਂ ਨੂੰ ਕੇਂਦਰ ਦੇ ਵਿੱਚ ਲਿਆਂਦਾ ਜਾਵੇ, ਕਿਉਂਕਿ ਉਹਨਾਂ ਦੇ ਪ੍ਰੋਬਲਮ ਆਣਗੇ ਆਪਣੇ ਧਰਮ ਦੇ ਅਨੁਸਾਰ, ਜਾਤ ਪਾਤ ਤੇ ਹੋਰ ਮਸਲੇ ਉਹਨਾਂ ਦੇ ਉੱਤੇ ਫੋਕਸ ਹੋ ਜਾਂਦਾ ਹੈ। ਜੇ ਸਿੱਖ ਪੰਥ ਦੀ ਗੱਲ ਕੀਤੀ ਜਾਵੇ ਜਾਂ ਗੱਲ ਚੱਲੇ ਤਾਂ ਉਹਨਾਂ ਦੀ ਰਿਕੁਆਇਰਮੈਂਟ ਹੁੰਦੀ ਹੈ ਕਿ ਇਹ ਲੋਕ ਜਿਹੜੇ ਹੈਗੇ, ਇਹ ਸ਼ੁਰੂ ਤੋਂ ਚੱਲਿਆ ਆ ਰਿਹਾ। ਜਿਸ ਦਿਨ ਗੁਰੂ 10ਵੇਂ ਪਾਤਸ਼ਾਹ ਨੇ ਖਾਲਸਾ ਸਾਜਿਆ, ਉਸ ਤੋਂ ਬਾਅਦ ਪਤਾ ਕੀ ਹੋਇਆ, 5 ਦਿਨਾਂ 'ਚ ਮੇਰੇ ਖਿਆਲ 'ਚ ਪਹੁੰਚੀ ਹੋਏਗੀ ਦਿੱਲੀ ਖਬਰ, ਤੇ ਉੱਥੇ ਸਾਰੇ ਦਿੱਲੀ ਦੇ ਜਿਹੜੇ ਹਿੰਦੂ ਸੀਗੇ ਉਹਨਾਂ ਨੇ ਸਾਰਿਆਂ ਨੇ ਹੜਤਾਲ ਕਰਤੀ। ਖੱਤਰੀ ਸੀ ਜਿਹੜੇ ਉਸ ਵੇਲੇ, ਜੀ ਇਹ ਤਾਂ ਇਹਨਾਂ ਨੇ ਭਜਨ ਬੰਦ ਕਰਤਾ, ਇਹ ਕਿਸ ਤਰ੍ਹਾਂ ਅਸੀਂ ਕਰ ਸਕਦੇ ਹਾਂ, ਇਹ ਤਾਂ ਸਾਡਾ ਸਮਾਜ ਐਕਸੈਪਟ ਨਹੀਂ ਕਰ ਸਕਦਾ। ਉਸੇ ਵੇਲੇ ਜਿਹੜੇ ਰਾਜੇ ਸੀਗੇ ਉੱਥੋਂ ਦੇ 22,000 ਦੇ, ਉਹਨਾਂ ਨੇ ਕਿਹਾ ਜੀ ਦੇਖੋ ਤੁਸੀਂ ਸਾਨੂੰ ਇਹਨਾਂ ਦੇ ਨਾਲ ਸਾਨੂੰ ਅੰਮ੍ਰਿਤ ਛਕਾਉਂਦੇ ਹੋ, ਸਾਨੂੰ ਕੋਈ ਪਾਸੇ ਬੈਠ ਕੇ ਛਕਾਓ ਤਾਂ ਅਸੀਂ ਤਿਆਰ ਹਾਂ। ਹੁਣ ਇਸ ਦਾ ਅੰਮ੍ਰਿਤ ਦਾ ਉਹਨਾਂ ਨੂੰ ਮਕਸਦ ਹੀ ਨਹੀਂ ਪਤਾ ਲੱਗਿਆ ਕਿ ਇਹ ਸਾਰਾ ਕੁਝ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਹੈ। ਇਹ ਇਸ ਦੇ ਵਿੱਚ ਕੋਈ ਇੱਕ ਬਾਟੇ ਦੇ ਵਿੱਚੋਂ ਅੰਮ੍ਰਿਤ ਛਕ ਕੇ ਤੇ ਜੇ ਜਾਤ ਪਾਤ ਕਾਇਮ ਰੱਖਣਾ ਤਾਂ ਫਿਰ ਕੀ ਮਕਸਦ ਕੀ ਹੈ ਇਸ ਦਾ? ਸੋ ਜੇ ਬਹਾਦਰ ਸ਼ਾਹ ਦੇ ਬਰਖਲਾਫ ਬੰਦਾ ਬਹਾਦਰ ਨੇ ਬਗਾਵਤ ਕੀਤੀ, ਜਾਂ ਬੰਦਾ ਬਹਾਦਰ ਇੱਥੇ ਆਇਆ ਗੁਰੂ ਦਾ ਥਾਪੜਾ ਲੈ ਕੇ, ਔਰ ਉਸਨੇ ਤਕਰੀਬਨ ਮੁਗਲ ਸਲਤਨਤ ਨੂੰ ਇੱਥੋਂ ਖਤਮ ਹੀ ਕਰਤਾ, ਤਾਂ ਲਾਹੌਰ ਦੇ ਖੱਤਰੀਆਂ ਨੇ ਸਾਰਿਆਂ ਨੇ ਰਲ ਕੇ ਉਸ ਦਾ ਜਿਹੜੀ ਮੁਹਿੰਮ ਸੀ ਬੰਦਾ ਬਹਾਦਰ ਦੇ ਬਰਖਲਾਫ ਬਹਾਦਰ ਸ਼ਾਹ ਨੇ ਚਲਾਈ, ਉਸ ਦਾ ਖਰਚਾ ਅਦਾ ਕੀਤਾ। ਔਰ ਉਹਨਾਂ ਨੇ ਯਾਨੀ ਕਿ ਕੋਈ ਸਟੇਜ ਨਹੀਂ, ਜੇ ਤੁਸੀਂ 1911 ਤੇ ਆ ਜਾਓ ਤਾਂ ਡੀ ਪੈਟਰੀ ਕਹਿੰਦਾ ਹੈ ਕਿ ਜੀ ਇਹ ਜਿਹੜਾ ਜੇ ਤੁਸੀਂ ਹੋਰ ਇਸ ਤੋਂ ਪਿੱਛੇ ਚਲੇ ਜਾਓ ਤਾਂ ਲੱਖੂ ਦਾ ਕੀ ਵਤੀਰਾ ਸੀ ਆਪਾਂ ਜਾਣਦੇ ਹਾਂ ਸਾਰੇ। ਉਸ ਤੋਂ ਬਾਅਦ 1911 ਦੇ ਵਿੱਚ ਆ ਜਾਓ ਤਾਂ ਡੀ ਪੈਟਰੀ ਕਹਿੰਦਾ ਕਿ ਜੀ ਇਹਨਾਂ ਦਾ ਮਕਸਦ ਆ ਹੈਗਾ ਕਿ ਜੀ ਇਹਨਾਂ ਨੂੰ ਸਿੱਖਾਂ ਨੂੰ ਆਪਣੇ ਧਰਮ ਤੋਂ ਛਡਕਾਇਆ ਜਾਵੇ। ਸੋ ਇਹ ਜਿਹੜੀਆਂ ਸਰਕਮਸਟੈਂਸਸ ਹਨ ਇਹਨਾਂ ਜਿਨ੍ਹਾਂ ਦੇ ਵਿੱਚ ਖਾਲਸਾ ਪੰਥ ਨੂੰ ਆਪਰੇਟ ਕਰਨਾ ਪੈ ਰਿਹਾ ਇਸ ਜਗ੍ਹਾ ਦੇ ਉੱਤੇ, ਇਸ ਦੇ ਵਿੱਚ ਵੱਡੀ ਖਾਮੀ ਹੈ। ਔਰ ਇਹ ਖਾਮੀ ਦੇ ਵਿੱਚ ਦੋ ਪੱਖ ਆਣਗੇ। ਇੱਕ ਤਾਂ ਇਹ ਕਿ ਉਹਨਾਂ ਦੀ ਅੰਡਰਸਟੈਂਡਿੰਗ ਹੋਰ ਕੋਈ ਹੋ ਨਹੀਂ ਸਕਦੀ, ਕਿਉਂਕਿ ਉਹ ਸਮਝਦੇ ਨੇ ਕਿ ਇਹ ਜਿਹੜਾ ਪੰਥ ਹੈ ਇਹ ਸਾਡੇ ਸਮਾਜਿਕ ਜੋ ਬਣਤਰ ਹੈ ਉਸ ਨੂੰ ਡਿਸਟਰਬ ਕਰੇਗਾ ਬੜੀ ਬੁਰੀ ਤਰ੍ਹਾਂ ਨਾਲ।
ਹੁਣ ਉਹਨਾਂ ਨੂੰ ਦੋ ਗੱਲਾਂ ਸਮਝਾਉਣ ਦੀ ਲੋੜ ਹੈ। ਇੱਕ ਤਾਂ ਇਹ ਕਿ ਸਾਡਾ ਕੋਈ ਮਕਸਦ ਨਹੀਂ ਬਈ ਅਸੀਂ ਆਪਣੀ ਗਿਣਤੀ ਵਧਾ ਕੇ ਤੇ ਲੋਕਾਂ ਨੂੰ ਅਸੀਂ ਇਸ ਪਾਸੇ ਲਿਆਈਏ। ਦੂਸਰਾ ਇਹ ਸਮਝਾਉਣ ਦੀ ਲੋੜ ਹੈ ਕਿ ਸਾਡਾ ਤਾਂ ਪ੍ਰੋਸਲਿਟਾਈਜ਼ਿੰਗ ਰਿਲੀਜਨ ਹੈ ਨਹੀਂ, ਸੋ ਸਾਡੇ ਤੇ ਇਸ ਤਰ੍ਹਾਂ ਦੇ ਇਤਰਾਜ਼ ਕਰਨ ਦੀ ਲੋੜ ਨਹੀਂ। ਦੂਸਰਾ ਉਹਨਾਂ ਨੂੰ ਇਹ ਸਮਝਾਈਏ ਕਿ ਜਿਹੜੀਆਂ ਕਦਰਾਂ ਕੀਮਤਾਂ ਦੇ ਉੱਤੇ ਤੁਸੀਂ ਸਮਾਜ ਆਪਣਾ ਸਿਰਜਿਆ ਹੋਇਆ ਹੈ, ਉਹ ਕਦਰਾਂ ਕੀਮਤਾਂ ਥੋਥੀਆਂ ਹੋ ਚੁੱਕੀਆਂ ਨੇ, ਬੋਡੀਆਂ ਹੋ ਚੁੱਕੀਆਂ ਨੇ। ਉਹਨਾਂ ਨੂੰ ਹੁਣ ਇਸ ਵੇਲੇ ਕੋਈ ਚਿਮਟੇ ਨਾਲ ਵੀ ਛੂਹਣ ਨੂੰ ਤਿਆਰ ਨਹੀਂ ਹੈ। ਤਾਂ ਇਹ ਜਿਹੜੇ ਸਿੱਖੀ ਦਾ ਜਿਹੜਾ ਵਹੀਕਲ ਤੁਹਾਡੇ ਕੋਲੇ ਆਇਆ ਹੈ, ਇਸ ਵਾਹਨ ਦੇ ਉੱਤੇ ਚੜ ਕੇ ਤੁਸੀਂ ਆਪਣੀ ਕੌਮ ਨੂੰ, ਆਪਣੇ ਧਰਮ ਨੂੰ, ਆਪਣੇ ਸਿਆਸਤ ਨੂੰ ਉਸ ਲੈਵਲ ਤੇ ਲਿਜਾ ਸਕਦੇ ਹੋ ਜਿੱਥੇ ਕਿ ਸੰਸਾਰ ਸਾਰਾ ਤੁਹਾਡਾ ਸਤਿਕਾਰ ਕਰੇ। ਤਾਂ ਇਹ ਗੱਲਾਂ ਸਮਝਾਉਣ ਵਾਸਤੇ ਸਾਨੂੰ ਆਪਣਾ ਸਾਰਾ ਸਿਸਟਮ ਬਣਾਉਣਾ ਪੈਣਾ। ਜਿਸ ਤਰ੍ਹਾਂ ਉਹਨਾਂ ਦਾ ਸਿਸਟਮ ਹੈ ਕਿ ਉਹਨਾਂ ਲੋਕਾਂ ਨੇ ਕਿਸ ਤਰ੍ਹਾਂ ਨਾਲ ਮੀਡੀਆ ਫॉर ਇੰਸਟੈਂਸ, ਹੁਣ ਜੇ ਤੁਸੀਂ ਆ ਗਏ ਹੋ ਤਾਂ ਸਾਡੀ ਕੋਈ ਗੱਲ ਕਿਧਰੇ ਜਿਹੜੇ ਲੋਕਲ ਮੀਡੀਆ ਜਿਨ੍ਹਾਂ ਨੂੰ ਸੋਸ਼ਲ ਮੀਡੀਆ ਕਹਿੰਦੇ ਨੇ, ਇਸ ਦੇ ਉੱਤੇ ਅਸੀਂ ਆਪਦੀ ਗੱਲ ਕਰ ਸਕਦੇ ਹਾਂ, ਵਰਨਾ ਸਾਡੀ ਗੱਲ ਕਿੱਥੇ ਪਹੁੰਚਦੀ ਹੈ। ਕਦੇ ਨੈਸ਼ਨਲ ਲੈਵਲ ਦੇ ਉੱਤੇ ਆ, ਹੁਣ ਪਿੱਛੇ ਜੇ ਪਾਰਲੀਮੈਂਟ ਦੇ ਵਿੱਚ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋਇਆ, ਕਿਸੇ ਨੇ ਸਿੱਖ ਪੁਆਇੰਟ ਆਫ ਵਿਊ ਇਹਦੇ ਉੱਤੇ ਪ੍ਰੈਜ਼ੈਂਟ ਕੀਤਾ। ਉੱਤੇ ਇਹਨਾਂ ਨੇ ਸ਼ੇਰ ਲਾਤੇ ਉਸ ਪਾਰਲੀਮੈਂਟ ਦੇ, ਜਿਹੜੇ ਕਿ ਖੂੰਖਾਰ ਤੋਂ, ਯਾਨੀ ਕਿ ਇਹ ਸ਼ੇਰਾਂ ਉੱਥੇ ਉਹਨਾਂ ਨੇ ਸ਼ੇਰ ਬਿਠਾਏ ਹੁਣ ਪਾਰਲੀਮੈਂਟ ਦੇ ਵਿੱਚ ਜਿਹੜੇ ਸਾਡਾ ਲਹੂ ਪੀਣਗੇ। ਹੁਣ ਉਹਦੇ ਉੱਤੇ ਜਿਹੜਾ ਚੱਕਰ, ਧਰਮ ਚੱਕਰ ਸੀਗਾ, ਜਿਸ ਦੇ ਅਧੀਨ ਇਹ ਰਹਿਣੇ ਸੀਗੇ, ਸਟੇਟ ਨੇ ਰਹਿਣਾ ਸੀਗਾ, ਉਹ ਗਾਇਬ ਹੈ। ਤਾਂ ਇਹ ਜਿਹੜਾ ਸਾਰਾ ਕੁਝ ਹੈਗਾ, ਇਹਨਾਂ ਲੋਕਾਂ ਨੇ ਵੀ ਆਪਣੇ ਸਰੋਕਾਰਾਂ ਨੂੰ ਇਹ ਜਾਣਦੇ ਨਹੀਂ ਹਨ। ਇਹਨਾਂ ਨੂੰ ਇਹ ਸਾਰੀਆਂ ਗੱਲਾਂ ਦੱਸਣ ਦੀ ਲੋੜ ਹੈ ਔਰ ਸਵੇਰ ਦੋ ਕੇ ਦੱਸਣ ਦੀ ਲੋੜ ਹੈ। ਅਸੀਂ ਕਿਸੇ ਦੁਸ਼ਮਣ ਨਹੀਂ, ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮਕੋ ਬਣਾਈ। ਅਸੀਂ ਤਾਂ ਇਹਨਾਂ ਦਾ ਭਲਾ ਚਾਹੁੰਦੇ ਹਾਂ, ਸਾਰੇ ਸੰਸਾਰ ਦਾ ਭਲਾ ਚਾਹੁੰਦੇ ਹਾਂ। ਤਾਂ ਇਹ ਜਿਹੜਾ ਐਲੀਮੈਂਟ ਹੈ, ਇਸ ਨੂੰ ਕਿਸ ਤਰ੍ਹਾਂ ਨਾਲ ਇਹ ਜਿਹੜਾ ਆਲੇ ਦੁਆਲੇ ਸਾਡੇ ਜਾਲ ਬੁਣਿਆ ਹੋਇਆ, ਇਸ ਦੇ ਵਿੱਚ ਚੱਕਰਵਿਊਹ ਬਣਿਆ ਹੋਇਆ ਹੈ, ਇਸ ਦੇ ਵਿੱਚ ਕਿਸ ਤਰ੍ਹਾਂ ਅਸੀਂ ਪ੍ਰਗਟ ਕਰਨਾ ਹੈ, ਸਾਡਾ ਮਸਲਾ ਇਹ ਹੈ। ਔਰ ਮੇਰੇ ਖਿਆਲ ਕਿ ਤੁਸੀਂ ਜਿਹੜੇ ਪੱਤਰਕਾਰ ਲੋਕ ਹੋ, ਜੇ ਤੁਸੀਂ ਇਸ ਦੇ ਬਾਰੇ ਆਪਣਾ ਕੋਈ ਵਿਚਾਰ ਬਣਾਓ ਤਾਂ ਉਹ ਕਾਫੀ ਸਾਰਥਕ ਹੋ ਸਕਦੇ ਨੇ। ਤੇ ਪੰਥ ਨੂੰ ਇਹ ਮਸਲਾ ਜਿਹੜਾ ਹੈ ਪਹਿਲਾਂ ਹੱਲ ਕਰਨਾ ਪਏਗਾ, ਤੇ ਫਿਰ ਅਸੀਂ ਜਿਹੜੇ ਸਾਡਾ ਸਰਬੱਤ ਖਾਲਸਾ ਹੋਏਗਾ, ਉਸ ਦੀ ਜਿਹੜੀ ਆਵਾਜ਼ ਹੈ ਉਹ ਸਾਰੇ ਘਰਾਂ ਤੱਕ ਪਹੁੰਚੇਗੀ। ਸਰਦਾਰ ਜਗਤਾਰ ਸਿੰਘ ਜੀ, ਟਾਈਮ ਕਾਫੀ ਹੋ ਗਿਆ, ਜਾਂਦੇ ਜਾਂਦੇ ਕੋਈ ਨਵੀਂ ਟਿੱਪਣੀ ਜਿਹੜੇ ਨਵੇਂ ਜਥੇਦਾਰ ਬਣੇ ਨੇ ਉਹ ਕਿੱਥੋਂ ਸ਼ੁਰੂ ਕਰਦੇ? ਕਿ ਤਾਂ ਬਹੁਤ ਗੰਭੀਰ ਵੱਡੀਆਂ ਗੱਲਾਂ ਆਪਾਂ ਚਰਚਾ ਢੁੰਗਾਈ ਚ ਕੀਤੀਆਂ ਕਿ ਇੰਨਾ ਤਬਦੀਲੀ ਦੀ ਲੋੜ ਹੈ, ਪਰ ਸ਼ੁਰੂ ਕਿੱਥੋਂ ਕਰਨ? ਕਿਹੜੇ ਚੈਲੰਜ ਨੇ ਇਮੀਡੀਏਟ ਉਹਨਾਂ ਦੇ ਸਾਹਮਣੇ, ਜਿੱਥੋਂ ਜੇ ਉਹ ਚਾਹਣ ਵੀ ਤਾਂ ਕਈ ਵਾਰ ਬੰਦਾ ਕੋਈ ਨਾ ਕੋਈ ਸੈਕਰੀਫਾਈਸ ਕਰ ਵੀ ਸਕਦਾ ਇਹੋ ਜਿਹੀਆਂ ਚੀਜ਼ਾਂ ਚ ਅੱਗੇ ਵੱਧ ਕੇ। ਤਾਂ ਕੀ ਉਹਨਾਂ ਦੀਆਂ ਸੰਭਾਵਨਾਵਾਂ ਨੇ? ਇੱਕ ਇਸ਼ੂ ਜਿਹਨੇ ਗਲੋਬਲ ਲੈਵਲ ਤੇ ਸਿੱਖਾਂ ਨੂੰ ਡਿਵਾਈਡ ਕੀਤਾ ਹੋਇਆ ਇਸ ਵੇਲੇ, ਮਤਲਬ ਕਿ ਪਾਕਿਸਤਾਨ ਤੇ ਸਾਡੇ ਇੱਥੇ ਜਿਹੜੇ ਗੁਰਪੁਰਬ ਹੈ ਉਹ ਤਰੀਕਾ ਅਲੱਗ ਲੱਗਿਆ। ਨਾਨਕਸ਼ਾਹੀ ਕੈਲੰਡਰ ਦਾ ਇਸ਼ੂ ਹੈ ਬਹੁਤ ਵੱਡਾ, ਘੱਟੋ ਘੱਟ ਇਹਨੂੰ ਹੀ ਸਾਲਵ ਕਰ ਦਿਓ ਨਾ। ਤੁਸੀਂ ਓਰੀਜਨਲ ਕੈਲੰਡਰ ਦੁਬਾਰਾ ਇੰਪਲੀਮੈਂਟ ਕਰ ਦਿਓ। ਬਾਦਲ ਸਾਹਿਬ ਨੇ ਹੀ ਓਰੀਜਨਲ ਤਾਂ ਰਿਲੀਜ਼ ਕੀਤਾ ਸੀ, ਮੁੜ ਕੇ ਇਹ ਕਿਵੇਂ ਡਾਇਲੂਟ ਹੋਇਆ ਸਾਰਿਆਂ ਨੂੰ ਪਤਾ ਹੈ, ਮੈਂ ਇਤਿਹਾਸ ਦੇ ਵਿੱਚ ਨਹੀਂ ਜਾਣਾ ਚਾਹੁੰਦਾ। ਘੱਟੋ ਘੱਟ ਜਿਹੜੇ ਇਹੋ ਜਿਹੇ ਸਟੈਪਸ ਹੈ, ਅਮਰੀਕਨ ਸਿੱਖਸ, ਪਾਕਿਸਤਾਨ ਦੇ ਸਿੱਖ, ਬਾਕੀ ਜਿਹੜੇ ਗਲੋਬਲ ਸਿੱਖਸ ਹੈ, ਈਵਨ ਪਹਿਲਾਂ ਤਾਂ ਦਿੱਲੀ ਵਾਲੇ ਵੀ ਉਹ ਵੱਖਰਾ ਕੈਲੰਡਰ ਮੰਨਦੇ ਸੀ, SGPC ਵੱਖਰਾ ਮੰਨਦੀ ਹੈ। ਇੱਥੇ ਹੀ ਡਿਵਾਈਡਡ ਹੈ। ਘੱਟੋ ਘੱਟ ਇੱਕ ਇਸ਼ੂ ਤੇ ਪਹਿਲਾਂ ਯੂਨਿਟੀ ਹੋਵੇ, ਤੇ ਜਥੇਦਾਰ ਅਕਾਲ ਤਖਤ ਪਹਿਲਾਂ ਉਹਨਾਂ ਨੇ ਹੀ ਇੰਪਲੀਮੈਂਟ ਕੀਤਾ ਸੀ, ਹੁਣ ਵੀ ਉਹੀ ਇਨੀਸ਼ੀਏਟਿਵ ਲੈਣ। ਬਿਲਕੁਲ ਜੀ, ਜਿਹੜਾ ਕਹਿੰਦੇ ਨੇ ਕਿ ਸਿਸਟਮ ਜਿਹੋ ਜਿਹਾ ਹੈ ਉਹ ਸ਼ਾਇਦ ਬਹੁਤ ਵੱਡੀਆਂ ਤਬਦੀਲੀਆਂ ਕਰਨ ਦੀ ਇਜਾਜ਼ਤ ਕਈ ਵਾਰ ਨਹੀਂ ਦਿੰਦਾ, ਪਰ ਹਰ ਸਿਸਟਮ 'ਚ ਇੱਕ ਮਾੜੀ ਮੋਟੀ ਸਪੇਸ ਜ਼ਰੂਰ ਹੁੰਦੀ ਹੈ। ਇੰਡੀਵਿਜੂਅਲ ਤੇ ਡਿਪੈਂਡ ਕਰਦਾ ਕਿ ਜੇ ਉਹ ਚਾਹਣ ਤਾਂ ਉਨੀ ਕੁ ਤਬਦੀਲੀ ਵੱਲ ਤਾਂ ਅੱਗੇ ਵਧਿਆ ਹੀ ਜਾ ਸਕਦਾ, ਕਿਉਂਕਿ ਪੋਸਟਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਪਤਾ ਨਹੀਂ ਕੱਲ ਕੋਈ ਹੋਰ ਸੀ, ਪਰਸੋਂ ਕੋਈ ਹੋਰ ਹੈ, ਚੌਥੇ ਕੋਈ ਹੋਰ ਹੈ। ਹਿਸਟਰੀ ਉਸੇ ਨੂੰ ਰਿਕੋਗਨਾਈਜ਼ ਕਰਦੀ ਹੈ, ਮਾਨਤਾ ਦਿੰਦੀ ਹੈ ਜਦੋਂ ਕੋਈ ਇੱਕ ਪੈਰਾਡਾਈਮ ਸ਼ਿਫਟ ਵਾਲੀ ਕੋਈ ਨਾ ਕੋਈ ਸਟੈਂਡ ਲੈਂਦਾ ਹੈ ਕਿ ਨਹੀਂ ਆਹ ਚੀਜ਼ਾਂ ਬਿਲਕੁਲ ਹੋਣੀਆਂ ਚਾਹੀਦੀਆਂ ਨੇ। ਖੈਰ, ਬਿਲਕੁਲ ਉਮੀਦ ਚਾਹੇ ਓਡੀ ਨਹੀਂ ਹੈ ਜਿਹੋ ਜਿਹਾ ਸਾਡੇ ਆਲੇ ਦੁਆਲਾ ਢਾਂਚਾ ਬਣਿਆ ਹੋਇਆ, ਪਰ ਫਿਰ ਵੀ ਤੁਸੀਂ ਕੁਝ ਕਹਿਣਾ ਚਾਹੁੰਦੇ ਸਰਦਾਰ ਗੁਰਤੇਜ ਸਿੰਘ ਜੀ? ਹਾਂ, ਇਹ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਕੈਲੰਡਰ ਵਾਲੀ, ਇਹ ਬਿਲਕੁਲ ਵਾਜਬ ਹੈ। ਇਸ ਤੋਂ ਇਲਾਵਾ ਕਈ ਲੋਕ ਛੇਕੇ ਹੋਏ ਹਨਗੇ, ਜਿਨ੍ਹਾਂ ਲੋਕਾਂ ਨੇ ਬਹੁਤ ਸਾਰਾ ਕੰਮ ਕੀਤਾ ਔਰ ਛੇਕਣ ਦਾ ਕੋਈ ਵਿਧਾਨ ਨਹੀਂ, ਵਿਧੀ ਵਿਧਾਨ ਕੋਈ ਵੀ ਨਹੀਂ ਪੰਥ ਦੇ ਵਿੱਚ। ਇਹ ਸਾਰੇ ਅੰਮ੍ਰਿਤਧਾਰੀ ਸਿੱਖ ਹਨਗੇ। ਇੱਕ ਅੰਮ੍ਰਿਤਧਾਰੀ ਸਿੱਖ ਦੂਸਰੇ ਨੂੰ ਕਿਵੇਂ ਛੇਕ ਸਕਦਾ ਹੈ? ਜੇ 5 ਸਿੰਘਾਂ ਦੀ ਤੁਸੀਂ ਇੱਕ ਪੋਲਿਟ ਬਿਊਰੋ ਬਣਾ ਲਓ ਤਾਂ ਉਹ ਕਿਵੇਂ ਛੇਕ ਸਕਦੀ ਹੈ?
ਭਾਈ ਦਰਸ਼ਨ ਸਿੰਘ ਵਰਗੇ ਰਾਗੀ ਤੇ ਗੁਣੀ ਗਿਆਨੀ ਸੱਜਣ ਜਿਨ੍ਹਾਂ ਨੇ ਸਦੀਆਂ ਤੋਂ ਵੱਧ ਪ੍ਰਚਾਰ ਕੀਤਾ ਹੈ, ਉਹਨਾਂ ਲੋਕਾਂ ਨੂੰ ਤੁਸੀਂ ਛੇਕਿਆ ਹੋਇਆ, ਉਸ ਦੇ ਬਾਰੇ ਲੈਣਾ ਪਏਗਾ ਸਟੈਂਡ। ਔਰ ਜਿਹੜਾ ਇਸ ਤੋਂ ਵੀ ਵੱਡਾ ਕੰਮ ਹੈ, ਮੈਂ ਜਿਸ ਵੇਲੇ ਜਥੇਦਾਰ ਸਾਹਿਬ ਆਏ ਸੀ ਉਸ ਵੇਲੇ ਮੈਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿਹੜੀ ਕੱਚੀ ਬਾਣੀ ਦਰਬਾਰ ਸਾਹਿਬ ਤੋਂ ਪੜ੍ਹੀ ਜਾ ਰਹੀ ਹੈ, ਅੱਜ ਸਾਡਾ ਗੁਰੂ ਗ੍ਰੰਥ ਸਾਹਿਬ ਹੈ ਔਰ ਗੁਰੂ ਅਮਰਦਾਸ ਜੀ ਦਾ ਹੁਕਮ ਹੈ ਕਿ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਦਾ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਅਸੀਂ ਤਾਂ ਗੁਰੂ ਦੀ ਬਾਣੀ ਗਾਉਣੀ ਹੈ ਤੇ ਉੱਥੇ ਗੁਰੂ ਦੀ ਬਾਣੀ ਦੀ ਬਜਾਏ ਕੱਚੀ ਬਾਣੀ ਕਾਵੇ ਤੋਂ ਕੁਫਰ ਚੱਲ ਰਿਹਾ। ਇਹ ਇਹੋ ਜਿਹੇ ਕੰਮ ਤਾਂ ਇਹ ਕਰ ਸਕਦੇ ਨੇ। ਐਡੀ ਕਿਹੜੀ ਗੱਲ ਹੈ ਵੀ ਆਹ ਸ਼ਬਦ ਨਹੀਂ ਪੜ੍ਹਨਾ, ਆਹ ਸ਼ਬਦ ਪੜ੍ਹਨਾ। ਤਾਂ ਇਹ ਜਿਹੜਾ ਹੈਗਾ ਇਹ ਮਸਲੇ ਹੋਰ ਬਥੇਰੇ ਵੱਡੇ ਆਣਗੇ, ਲੇਕਿਨ ਇੱਕ ਵਾਰੀ ਸ਼ੁਰੂਆਤ ਹੋ ਗਈ ਨਾ ਤਾਂ ਫਿਰ ਮੇਰਾ ਖਿਆਲ ਹੈ ਕਿ ਇਹ ਸਾਰੇ ਪੰਥ ਨੂੰ ਇਸ ਦੀ ਅਵੇਅਰਨੈਸ ਹੋ ਜਾਏਗੀ ਔਰ ਸੌਖਾ ਹੋ ਜਾਏਗਾ ਰਸਤਾ ਸਾਰਿਆਂ ਵਾਸਤੇ। ਚਲੋ ਇਸੇ ਉਮੀਦ ਨਾਲ, ਉਮੀਦ ਤੇ ਦੁਨੀਆ ਕਾਇਮ ਹੈ ਕਿ ਕੁਝ ਨਾ ਕੁਝ ਨਵੇਂ ਜਥੇਦਾਰ ਸਾਹਿਬ ਵੀ ਆਪਣੀ ਭੂਮਿਕਾ ਨਿਭਾਉਣਗੇ। ਔਰ ਅੱਜ ਲਈ ਇੰਨਾ ਹੀ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਸਾਰਿਆਂ ਦਾ। ਥੈਂਕ ਯੂ ਜੀ।